ਜਦੋਂ ਮੈਂ ਕਹਿੰਦਾ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ, ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ। ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ, ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ, ਰੰਗ ਕਣਕਾਂ ਦਾ ਹਰੇ ਤੂੰ ਸੁਨਹਿਰੀ ਹੋ ਗਿਆ। क्या बात सरताज साहब, ਥੈਂਕ ਯੂ ਸੁਖੀ। फर्नीचर ਦੇ ਨਾਲ ਨਾਲ गोल्ड ਦ ਗੋਲਡ ਮੈਨ। हाँ ਉਹਦਾ ਵੀ ਸੋਨੇ ਰੰਗੇ ਹੋ ਹਾਂਜੀ, ਤੇ ਨਾਲ ਨਾਲ ਸੋਨੇ ਦੀ ਸੈਨ ਮੋਮਬੱਤੀਆਂ। ਅੱਜ ਤਾਂ ਮੈਂ ਇਟਸ ਬਿਊਟੀਫੁਲ। ਹਾਂਜੀ, ਮੈਂ ਕਰਮਾ ਵਾਲਾ ਇਸ ਲਈ ਤੁਹਾਡੇ ਨਾਲ ਐਡੇ ਵੱਡੇ ਨਾਂ ਦੇ ਨਾਲ ਮੇਰਾ ਛੋਟਾ ਜਿਹਾ ਨਾਂ ਜੁੜ ਜਾਂਦਾ। ਨਹੀਂ ਨਹੀਂ, ਸੋ ਤੁਹਾਡੀ ਬਹੁਤ ਬਹੁਤ ਕਿਰਪਾ। ਔਰ ਯੂਕੇ ਦੇ ਟੂਰ ਤੇ ਆਏ ਹੋ, ਤੁਹਾਡੀ ਆਡੀਅנס, ਤੁਹਾਡੇ ਚਾਹਣੇ ਵਾਲੇ ਇੱਕ ਵਾਰੀ ਫਿਰ ਤੁਹਾਡੇ ਮੋਹਰੇ ਨੇ। ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਨਾਲ ਕੋਈ ਰੂਬਰੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹਜ਼ਾਰੇ ਵਾਲੇ ਮੁੰਡੇ ਵੱਲੋਂ। ਤੇ ਯੂਕੇ ਟੂਰ ਸਾਨੂੰ ਹਮੇਸ਼ਾ ਬਹੁਤ ਚਾਹ ਹੁੰਦਾ, ਇਸ ਵਾਰੀ ਥੋੜਾ ਜਿਹਾ ਜ਼ਿਆਦਾ ਆ ਕਿਉਂਕਿ ਅਸੀਂ ਭੰਗੜਾ ਪਹਿਲੇ ਤਿਆਰ ਕਰਕੇ ਆਏ ਆ। ਸੋ ਤੁਸੀਂ ਸਾਰਿਆਂ ਨੇ ਸ਼ਾਇਦ ਵੀਡੀਓ ਦੇਖਿਆ ਹੋਣਾ, ਕੱਲ ਹੀ ਲਾਂਚ ਹੋਇਆ, ਅੱਜ ਐਲਬਮ ਰਿਲੀਜ਼ ਹੋ ਗਿਆ ਵਰਲਡ ਵਾਈਡ। ਸੋ ਮੈਂ ਉਮੀਦ ਕਰਦਾ ਕਿ ਇਸ ਵਾਰੀ ਜਿਹੜਾ ਟੈਕਸਚਰ ਆਫ ਟੋਨ ਆਫ ਦਾ ਐਲਬਮ ਆ ਉਹ ਯੂਕੇ ਬੇਸਡ ਆ। ਓ ਕੀ ਬਾਤ ਹੈ। ਔਰ ਤੁਸੀਂ ਭੰਗੜੇ ਦਾ ਜ਼ਿਕਰ ਕੀਤਾ ਤਾਂ ਮਤਲਬ ਕਿ ਸਰਤਾਜ ਨੂੰ ਅਸੀਂ ਹਮੇਸ਼ਾ ਬੈਠੇ ਦੇ ਪ੍ਰੋਗਰਾਮਸ ਹੋਏ ਦੇ, ਲੱਗਦਾ ਕਿ ਹੁਣ ਖੜੇ ਹੋ ਕੇ ਵੀ ਪ੍ਰੋਗਰਾਮ ਕਰਾਂਗੇ। ਨਹੀਂ ਨਹੀਂ, ਪ੍ਰੋਗਰਾਮ ਬੈਠ ਕੇ ਹੋਊਗਾ। ਅੱਛਾ ਜੀ। ਪਰ ਖੜਿਆ ਜਿੰਨਾ ਭੰਗੜਾ ਬੈਠ ਕੇ ਅਸੀਂ ਪਹਿਲਾਂ ਵੀ ਪਾ ਲਈਦਾ ਸੀ, ਹੁਣ ਮੈਂ ਸਟੈਪ ਸਿਖਾਤੇ। ਜਿਵੇਂ ਪਹਿਲਾਂ ਦੱਸ ਕੇ ਹਟਿਆ ਉਹ ਜਿਹੜਾ ਉਹਦੇ ਚ ਝੂਮਰ ਪੈਣਾ ਹਜ਼ਾਰੇ ਵਾਲੇ ਚ, ਉਹ ਤੁਸੀਂ ਸਟੈਪ ਸਿੱਖ ਕੇ ਆਏ ਹੋ। ਤੇ ਹੁਣ ਆਪਾਂ ਇਵੈਂਟਮ ਅਪੋਲੋ ਜਾਂ ਇੱਥੇ ਆਪਣਾ ਬਰਮਿੰਘਮ ਜਦੋਂ ਵੀ ਸ਼ੋਅ ਹੋਇਆ, ਸੋ ਟੈਸਟ ਕਰਾਂਗੇ ਵੀ ਤੁਸੀਂ ਸਹੀ ਪਾਇਆ ਕਿ ਨਹੀਂ। ਸੋ ਇਹਦਾ ਮਤਲਬ ਜਾਨੀ ਕਿ ਤੁਸੀਂ ਤਾਂ ਭੰਗੜਾ ਪਾਉਣਾ, ਤੁਹਾਡੀ ਆਡੀਅנס ਵੀ ਜਾਨੀ ਕਿ ਭੰਗੜਾ ਸਿੱਖ ਕੇ ਆਵੇ। ਸਰਤਾਜ ਸਾਹਿਬ, ਮੈਨੂੰ ਇਸ ਦੇ ਵਿੱਚ ਬੜੀ ਖੁਸ਼ੀ ਹੁੰਦੀ ਕਿ ਜਦੋਂ ਵੀ ਤੁਹਾਡੇ ਕੋਈ ਗੀਤ ਸੁਣੀਦਾ, ਤੁਹਾਡੇ ਪ੍ਰੋਗਰਾਮ ਦੇਖੀਦੇ, ਸਾਡੇ ਵਾਸਤੇ ਕੁਝ ਨਾ ਕੁਝ ਸਿੱਖਣ ਵਾਸਤੇ ਮਿਲਦਾ। ਥੈਂਕ ਯੂ ਸੁਖੀ। ਔਰ ਜਿੱਦਾਂ ਤੁਸੀਂ ਹੁਣ ਵੀ ਕਿਹਾ ਕਿ ਆਡੀਅנס ਨੂੰ ਵੀ ਹੁਣ ਝੁੰਮਰ ਜਾਂ ਭੰਗੜੇ ਦੇ ਜਿਹੜੇ ਬੋਲ ਨੇ, ਹਾਂਜੀ, ਇਸ ਨਾਈਸ ਕਿ ਹੁਣ ਤੁਸੀਂ ਜਾਨੀ ਕਿ ਆਪਣੇ ਪੈਰਾਂ ਤੇ ਖੜੇ ਹੋ ਕੇ ਭੰਗੜਾ ਵੀ ਪਾਉਣ ਲੱਗ ਪਏ, ਵੀਡੀਓ ਦੇ ਵਿੱਚ ਵੀ ਆਉਣ ਲੱਗ ਪਏ। ਕਿਉਂਕਿ ਬਹੁਤ ਚਿਰ ਤੱਕ ਲੱਗਦਾ ਸੀ ਕਿ ਸਰਤਾਜ ਕੁਝ ਅਰਮਾਨ ਆਪਣੇ ਭੰਗੜੇ ਦੇ ਕੁੱਟੀ ਬੈਠੇ ਨੇ। ਭੰਗੜੇ ਦਾ ਜ਼ਿਕਰ ਕੀਤਾ, ਦੱਸੋ ਕਿ ਭੰਗੜੇ ਦੀ ਟ੍ਰੇਨਿੰਗ ਕਿੱਥੋਂ ਮਿਲੀ ਹੈ? ਭੰਗੜਾ ਸ਼ੁਰੂ ਤੋਂ, ਕਿਉਂਕਿ ਸਾਡਾ ਜਿਹੜਾ ਦੁਆਬਾ ਆ ਖਾਸ ਤੌਰ ਤੇ, ਉੱਥੇ ਪਿੰਡਾਂ ਚ ਕਾਲਜਾਂ ਦੇ ਵਿੱਚ ਫੈਸਟੀਵਲਸ ਹੁੰਦੇ ਆ ਕਾਲਜਸ ਚ। ਸੋ ਉਦੋਂ ਤੋਂ ਹੀ ਮੈਂ ਤਾਂ +2 ਤੋਂ ਮੈਨੂੰ ਲੱਗਦਾ ਉਹਦੀ ਟ੍ਰੇਨਿੰਗ ਲੈਂਦਾ ਰਿਹਾ। ਸਾਡੇ ਪਿੰਡ ਸਾਡਾ ਗਰੁੱਪ ਹੁੰਦਾ ਸੀ ਭੰਗੜੇ ਦਾ, ਮੇਰੇ ਕੋਲ ਹਾਲੇ ਵੀ ਉਹਦੇ ਸੱਪ ਖੂੰਡੇ ਪਏ ਆ। ਹਾਂਜੀ, ਸੋ ਗ੍ਰੈਜੂਏਸ਼ਨ ਚ ਵੀ ਮੈਂ ਭੰਗੜਾ ਪਲੇਅਰ ਰਿਹਾ ਕਾਲਜ ਵੱਲੋਂ, ਫਿਰ ਪੋਸਟ ਗ੍ਰੈਜੂਏਸ਼ਨ ਯੂਨੀਵਰਸਿਟੀ ਵੱਲੋਂ ਵੀ ਪਰਫਾਰਮ ਕੀਤਾ, ਫਿਰ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਦੁਬਈ ਚ ਇਨ 1999। ਸੋ ਉਹ ਸਾਰਾ ਸਿਲਸਿਲਾ ਚੱਲਦਾ ਰਿਹਾ। ਪਰ ਹੌਲੀ ਹੌਲੀ ਜਿੱਦਾਂ ਤੁਸੀਂ ਕਹ ਲਓ ਕਿ ਥੋੜੇ ਮੈਚੁਰ ਹੁੰਦੇ ਗਏ, ਸੂਫੀਜ਼ਮ ਦੇ ਨਾਲ ਤਾਲੁਕ ਵੱਧਦਾ ਗਿਆ, ਫਿਰ ਤੁਹਾਨੂੰ ਪਤਾ ਲੱਗਾ ਕਿ ਇਹ ਵੀ ਇੱਕ ਦੁਨੀਆ ਹੈ, ਇਹ ਵੀ ਜਹਾਨ, ਇਹਦਾ ਆਪਣਾ ਆਲਮ ਆ, ਇਹਦੀ ਆਪਣੀ ਖੂਬਸੂਰਤੀ ਆ, ਬਾਰੀਕੀ ਆ। ਸੋ ਉਹ ਵੀ ਚੰਗਾ ਲੱਗਣ ਲੱਗ ਗਿਆ। ਫਿਰ ਮੈਂ ਕਿਹਾ ਕਿ ਅੱਜ ਨੱਚੀਏ ਨਾਚ ਅਨੋਖਾ ਜੀ, ਲੈ ਤਾਰ ਨੂੰ ਦਈਏ ਧੋਖਾ ਜੀ, ਆ ਦੇਖ ਢੋਲਕੀ ਵੱਜਦੀ ਏ, ਤੂੰ ਕੱਲ ਪਰਸੋਂ ਨੂੰ ਛੋੜ ਪਰੇ, ਸੋਚਾਂ ਦੀ ਧੌਣ ਮਰੋੜ ਪਰੇ, ਲੈ ਲੁਤਫ ਘੜੀ ਜੋ ਅੱਜ ਦੀ ਏ। ਸੋ ਜਿਹੜਾ ਦਰਅਸਲ ਸੂਫੀ ਫਕੀਰ ਹੈ ਉਹ ਅੱਜ ਦੇ ਜ਼ਮਾਨੇ ਦੀ ਜ਼ਿੰਦਗੀ ਨੂੰ ਲੈ ਕੇ ਚੱਲਦਾ। ਥੈਂਕ ਯੂ। ਸੋ ਇਹਦਾ ਮਤਲਬ ਭੰਗੜੇ ਦੇ ਵੱਟ ਕੱਢੋਗੇ ਜਾਣੀ ਕਿ ਯੂਕੇ ਦੇ ਟੂਰ ਤੇ? ਹਾਂਜੀ ਹਾਂਜੀ, ਕੱਢਣੇ ਪੈਣੇ ਆ ਮੈਨੂੰ ਲੱਗਦਾ। ਪਰ ਕਾਫੀ ਹੱਦ ਤੱਕ ਅਸੀਂ ਕਿਉਂਕਿ ਵੀਡੀਓ ਦੇ ਵਿੱਚ ਤੁਹਾਡੇ ਕੋਲ ਥੋੜੀ ਜਿਹੀ ਕਹ ਲਓ ਆਜ਼ਾਦੀ ਹੁੰਦੀ ਹੈ ਕੁਛ ਨਾ ਕੁਛ ਵੱਖਰਾ ਪਰਫਾਰਮ ਕਰਨ ਦੀ। ਜਿਹੜਾ ਲੋਕ, ਜਿਵੇਂ ਕੁਝ ਲੋਕ ਹੈ ਜਿਹੜੇ ਜਿਨ੍ਹਾਂ ਨੂੰ ਪਤਾ ਕਿ ਤੁਸੀਂ ਨੱਚ ਲੈਂਦੇ ਆ ਪਰ ਤੁਹਾਨੂੰ ਕਦੀ ਉਹਨਾਂ ਨੇ ਦੇਖਿਆ ਨਹੀਂ, ਸੋ ਉਹਨਾਂ ਲੋਕਾਂ ਦੇ ਲਈ ਅਸੀਂ ਵੀਡੀਓ ਦੇ ਹੀ ਨੱਚ ਲੈਂਦੇ ਆ। ਪਰ ਸਾਡੀ ਜਿਹੜੀ ਮਹਿਫਲ ਦੀ ਜਿਹੜਾ ਸਿਲਸਿਲਾ ਆ ਉਹ ਐਜ਼ ਇਟ ਇਜ਼ ਹੀ ਰਹੂਗਾ ਹਮੇਸ਼ਾ। ਔਰ ਉਹ ਮੇਰੇ ਦਿਲ ਦੀ ਖੁਰਾਕ ਆ, ਰੂਹ ਦੀ ਖੁਰਾਕ ਆ। ਕਿਉਂਕਿ ਦੇਖੋ, ਭੰਗੜੇ ਵਾਲਾ ਸੌਂਗ ਤਾਂ ਮੇਰੇ ਕੋਲ 1 ਜਾਂ 2 ਹੋਣਗੇ, ਪਰ ਮੇਰੇ ਕੋਲ 500 ਸੌਂਗ ਉਹ ਆ ਜਿਹੜਾ ਬੈਠ ਕੇ ਤਹੱਮਲ ਨਾਲ ਤੁਸੀਂ ਦੁਨੀਆ ਦੇ ਜ਼ਹਿਨ ਚੋਂ ਦਿਲ ਤੱਕ ਉਤਾਰਨਾ, ਉਹਦੇ ਲਈ ਵੀ ਬੜੀ ਲਾਜ਼ਮੀ ਆ। ਉਹ ਜਿਹੜੀ ਸੰਜੀਦਗੀ ਔਰ ਇਤਮੀਨਾਨ, ਸਕੂਨ ਮਹਿਫਲ ਦਾ, ਉਹ ਵੀ ਬੜਾ ਜ਼ਰੂਰੀ ਹੈ। ਸੋ ਸਰਤਾਜ ਸਾਹਿਬ, ਇਸ ਮਹਿਫਲ ਦੇ ਬਾਰੇ ਦੱਸੋ, ਕਿਉਂਕਿ ਅੱਜ ਕੱਲ ਜਿਹੜਾ ਵੀ ਉੱਠਦਾ ਹੈ, ਕੋਈ ਸਿੰਗਲ ਕੱਢਦਾ, ਕੋਈ ਡਬਲ ਕੱਢਦਾ, ਕੋਈ ਟ੍ਰਿਪਲ ਕੱਢਦਾ, ਜੋ ਵੀ ਕਰਦੇ ਨੇ ਜੀ, ਉਹਨਾਂ ਦਾ ਜ਼ੋਰ ਇਸ ਤੇ ਹੁੰਦਾ ਕਿ ਬੀਟ ਵਾਲਾ ਸੌਂਗ ਹੋਵੇ, ਭੰਗੜੇ ਵਾਲਾ ਸੌਂਗ ਹੋਵੇ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਐਕਚੁਅਲੀ ਮੈਂ ਚਾਹਣਾ ਕਿ ਮੇਰੀ ਆਡੀਅנס ਬੈਠ ਕੇ ਦੇਖਣ, ਔਰ ਉਹ ਜਿਹੜੇ ਤੁਹਾਡੀ ਆਵਾਜ਼ ਨੇ, ਤੁਹਾਡੇ ਅਲਫਾਜ਼ ਨੇ, ਉਹਨਾਂ ਦੇ ਜ਼ਿਹਨ ਦੇ ਵਿੱਚ ਪਹੁੰਚਣ ਜੀ। ਇਸ ਮਹਿਫਲ ਦੇ ਵਿੱਚੋਂ ਸੁਣਨ ਵਾਲਿਆਂ ਨੂੰ ਸਕੂਨ ਮਿਲਦਾ, ਫਿਰ ਤੁਹਾਨੂੰ ਸੁਣਾਉਣ ਵਾਲਿਆਂ ਨੂੰ ਕਿੰਨਾ ਸਕੂਨ ਮਿਲਦਾ?
ਪਰਸਨਲੀ ਜੇ ਸੁਖੀ ਤੁਸੀਂ ਮੇਰੀ ਗੱਲ ਕਰੋ ਤੇ ਮੇਰਾ ਤੇ ਪਰਸਨਲ ਲਾਈਕਿੰਗ ਉਹੀ ਆ ਜਿਹੜੀ ਕਿ ਡੀਪ ਪੋਇਟਰੀ, ਸੂਦਿੰਗ ਐਂਡ ਤਹਮਲ ਦੇ ਨਾਲ ਜਦੋਂ ਤੁਸੀਂ ਸ਼ੇਰ ਬੋਲ ਦਿੰਦੇ ਆ ਉਸ ਤੋਂ ਬਾਅਦ ਤਾੜੀਆਂ ਆਉਂਦੀਆਂ ਨੇ 5000 ਬੰਦੇ ਦੀਆਂ, ਫਿਰ ਉਹ ਸ਼ਾਂਤ ਹੁੰਦੇ ਨੇ, ਫਿਰ ਦਾਦ ਦਿੰਦੇ ਨੇ, ਉਹ ਜਿਹੜਾ ਇੱਕ ਆਲਮ ਆ ਉਹ ਬਹੁਤ ਰੇਅਰ ਆ, ਬਹੁਤ ਪ੍ਰੀਸ਼ੀਅਸ ਆ, ਬਹੁਤ ਮਤਲਬ ਕਿ ਬੜੀ ਖੁਸ਼ਕਿਸਮਤੀ ਨਾਲ ਨਸੀਬ ਹੁੰਦਾ ਕਿਸੇ ਕਿਸੇ ਫਨਕਾਰ ਨੂੰ। ਅਦਰਵਾਈਜ਼ ਮੈਂ ਸਮਝਦਾ ਕਿ ਦੇਖੋ ਜੇਕਰ ਤੁਸੀਂ ਸਟੇਜ ਦੇ ਉੱਤੇ ਹੈਵੀ ਬੀਟ ਚੱਲ ਰਹੀ ਆ, ਤੁਸੀਂ ਕੁਝ ਗਾ ਰਹੇ ਹੋ, ਬਟ ਆਬਵੀਅਸ ਹੈ ਕਿ ਦੁਨੀਆ ਨੱਚੂਗੀ ਕਿਉਂਕਿ ਲੋਕ ਇੰਜੋਏ ਕਰਨੀ ਆਉਂਦੇ ਆ ਔਰ ਕਰਨਾ ਵੀ ਚਾਹੀਦਾ। ਪਰ ਉਹ ਜਿਹੜੀ ਚੀਜ਼ ਹੈ ਜਿਵੇਂ ਜਗਜੀਤ ਜੀ ਦਾ ਕਨਸਰਟ ਹੋਵੇ, ਖਾਨ ਸਾਹਿਬ ਨੁਸਰਤ ਅਲੀ ਖਾਨ ਸਾਹਿਬ ਦੇ ਕਨਸਰਟ ਸੀਗੇ, ਜਿਹੜੀ ਉਹ ਆਡੀਅנס ਆ ਉਹ ਤਾਂ ਬੜੀ ਖੁਸ਼ਕਿਸਮਤੀ ਦੇ ਨਾਲ ਕਿਸੇ ਫਨਕਾਰ ਨੂੰ ਨਸੀਬ ਹੁੰਦੀ ਆ। ਤੁਹਾਨੂੰ ਏਡੀ ਇੱਜ਼ਤ ਅਫਜ਼ਾਈ, ਏਡੀ ਖੂਬਸੂਰਤੀ ਨਾਲ ਦਾਦ, ਤੁਹਾਡੀ ਕੱਲੇ ਲਫ਼ਜ਼ ਨੂੰ ਬਾਰੀਕੀ ਨਾਲ ਸਮਝ ਕੇ ਕਿ ਅੱਛਾ ਔਰ ਮਰਹਬਾ ਕਹਿਣਾ, ਆਫਰੀਨ ਕਹਿਣਾ, ਕੁਰਬਾਨ ਕਹਿਣਾ, ਵਾਹ ਕਹਿਣਾ, ਜਿਹੜੀਆਂ ਇਹ ਚੀਜ਼ਾਂ ਹੈ ਬੜੀ ਕਿਸਮਤ ਨਾਲ ਨਸੀਬ ਹੁੰਦੀਆਂ। ਸੋ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਕਿ ਮੇਰੇ ਕੋਲ ਇਹੋ ਜਿਹੀ ਆਡੀਅנס ਵੀ ਆ ਜਿੱਥੇ ਸਿਰਫ 60 ਪੀਪਲ ਦਿੱਲੀ ਦੇ ਕਿਸੇ ਜਗ੍ਹਾ ਤੇ ਬੈਠੇ ਹੁੰਦੇ ਆ ਔਰ ਮੈਂ ਉੱਥੇ 6-6 ਘੰਟੇ ਪਰਫਾਰਮ ਕਰਦਾ। ਔਰ ਇਹ ਵੀ ਬਖਸ਼ਿਸ਼ ਕਹਿ ਸਕਦੇ ਆ ਕਿ ਜਿੱਥੇ 60,000 ਬੰਦਾ ਹੁੰਦਾ ਉੱਥੇ ਵੀ ਢੋਲ ਵੱਜ ਰਹੇ ਹੁੰਦੇ, ਉੱਥੇ ਵੀ ਲੋਕ ਨੱਚ ਰਹੇ ਹੁੰਦੇ ਆ। ਸੋ ਇਹ ਮੈਨੂੰ ਲੱਗਦਾ ਕਿ ਕੀ ਬਾਤ। ਔਰ ਸਰਤਾਜ ਸਾਹਿਬ ਤੁਹਾਡੀ ਐਲਬਮ ਪਹਿਲਾਂ ਵੀ ਮੈਂ ਐਕਚੁਅਲੀ ਜ਼ਿਕਰ ਕਰਦਾ ਸੀਗਾ ਕਿਉਂਕਿ ਤੁਹਾਡੀ ਐਲਬਮ ਹਜ਼ਾਰੇ ਵਾਲਾ ਮੁੰਡਾ ਜੋ ਹੁਣ ਆਈ ਹੈ, ਤੁਸੀਂ ਤਖਤ ਹਜ਼ਾਰੇ ਦਾ ਜ਼ਿਕਰ ਕੀਤਾ, ਹੀਰ ਤੇ ਰਾਂਝਾ ਤਖਤ ਹਜ਼ਾਰੇ ਦਾ ਜ਼ਿਕਰ ਕੀਤਾ। ਐਕਚੁਅਲੀ ਮੈਨੂੰ ਥੋੜਾ ਜਿਹਾ ਫਿਕਰ ਵੀ ਲੱਗਾ ਸੀ ਕਿ ਤੁਹਾਡੀ ਲਾਸਟ ਐਲਬਮ ਹਮਜ਼ਾ ਸੀ। ਹੁਣ ਮੇਰੇ ਵਰਗੇ ਨੂੰ ਪਤਾ ਤਾਂ ਹੈ ਨਹੀਂ ਹਮਜ਼ਾ, ਕਿਉਂਕਿ ਸਾਡੇ ਯੂਕੇ ਦੇ ਵਿੱਚ ਬੜਾ ਫੇਮਸ ਬੰਦਾ ਹੋਇਆ ਅਬੂ ਹਮਜ਼ਾ। ਅੱਛਾ ਜੀ। ਸਾਨੂੰ ਫਿਕਰ ਸੀ ਕਿ ਕਿਤੇ ਸਰਤਾਜ ਭਾਈ ਵੀਜ਼ਾ ਨਾ ਲੱਗੇ, ਓਕੇ, ਹੋਰ ਨਾ ਕਹਿਣਗੇ ਅਸੀਂ ਅਬੂ ਹਮਜ਼ਾ ਨੂੰ ਦੇਸ਼ ਦੇ ਵਿੱਚੋਂ ਕੱਢ ਦਿੰਦੇ, ਹਮਜ਼ਾ ਨਵਾਂ ਹਮਜ਼ਾ ਆ ਗਿਆ। ਓਕੇ, ਨਹੀਂ ਹਾਂਜੀ ਯੈਸ ਸੌਰੀ ਹਮਜ਼ਾ ਮੈਂ ਥੋੜਾ ਜਿਹਾ ਐਕਸਪਲੇਨ ਜ਼ਰੂਰ ਕਰਨਾ ਚਾਹਣਾ। ਉਹ ਮੇਰੀ ਪਰਸਨਲ ਲਾਈਕਿੰਗ ਦੀ ਚੀਜ਼ ਸੀਗੀ। ਸਾਡੀ ਟੀਮ ਵੀ ਉਹਦੇ ਲਈ ਕੋਈ ਜ਼ਿਆਦਾ ਐਗਰੀ ਨਹੀਂ ਸੀ ਕਿ ਹਮਜ਼ਾ ਰਿਕਾਰਡ ਕਰਨਾ ਜਾਂ ਰਿਲੀਜ਼ ਕਰਨਾ, ਕਿਉਂਕਿ very non-commercial album that was। ਪਹਿਲੇ ਮੈਨੂੰ ਦੱਸੋ ਕਿ ਹਮਜ਼ੇ ਦਾ ਮਤਲਬ ਕੀ ਹੈ? ਮੇਰੇ ਦਿਮਾਗ ਮੈਨੂੰ ਨਹੀਂ ਪਤਾ। ਜਿਹੜੇ ਲੋਕ ਅਰੇਬਿਕ ਲੈਂਗੁਏਜ ਤੋਂ ਵਾਬਸਤਾ ਨੇ ਉਹਨਾਂ ਨੂੰ ਪਤਾ ਕਿ ਹਮਜ਼ਾ ਇੱਕ ਨੁਕਤਾ ਹੁੰਦਾ। ਨੁਕਤਾ ਜਿਵੇਂ ਨੁਕਤਾ ਕਹਿੰਦੇ ਆ ਜਿੱਦਾਂ ਸਾਡੀ ਸਿਹਾਰੀ ਵਿਹਾਰੀ ਬਿੰਦੀ ਪੰਜਾਬੀ ਚ ਵੋਵਲਸ ਇਨ ਇੰਗਲਿਸ਼, ਸੋ ਇਨ ਅਰੇਬੀਅਨ ਦੈਟਸ ਨੁਕਤਾ। ਸੋ ਉਹ ਜਦੋਂ ਕਿਸੇ ਲਫ਼ਜ਼ ਤੇ ਲੱਗ ਜਾਂਦਾ ਉਹ ਉਹਨੂੰ ਇਨਹੈਂਸ ਕਰ ਦਿੰਦਾ ਉਹਦੀ ਸਾਊਂਡ ਨੂੰ। ਲਾਈਕ ਜਿੱਦਾਂ ਆਜ ਯਹਾਂ ਬਹੁਤ ਸਾਰੇ ਮਹਿਮਾਨ ਆਏ, तो ਜਦੋਂ ਆਏ ਦੇ ਉੱਤੇ ਇਹ ਦੇ ਉੱਪਰ ਨੁਕਤਾ ਲੱਗ ਗਿਆ ਫਿਰ ਆਊਗਾ ਆਜ ਯਹਾਂ ਬਹੁਤ ਸਾਰੇ ਮਹਿਮਾਨ ਆਏ। ਸੋ ਹਾਂ ਉਹਨੂੰ ਮੈਲੋਡੀਅਸ ਕਰ ਦਿੰਦਾ, ਮਿਊਜ਼ੀਕਲ ਕਰ ਦਿੰਦਾ। ਸੋ ਇਹ ਹਮਜ਼ਾ ਦੀ ਬਿਊਟੀ ਹੈ ਐਜ਼ ਐਨ ਗ੍ਰਾਮੈਟੀਕਲ ਟਰਮ। ਬਟ ਐਜ਼ ਐਨ ਵਰਡ ਹਮਜ਼ਾ ਜਿੱਦਾਂ ਹਜ਼ਰਤ ਮੁਹੰਮਦ ਸਾਹਿਬ ਦੇ ਚਾਚਾ ਜਾਨ ਦੀ ਉਪਾਧੀ ਸੀ ਜਿਨ੍ਹਾਂ ਨੇ ਇੱਕ ਜੰਗ ਲੜੀ ਸਿਦਕ ਤੇ ਸੱਚਾਈ ਤੇ ਖੜ ਕੇ ਬਹੁਤ ਹੀ ਬਹਾਦਰੀ ਦੇ ਨਾਲ ਲੜਨ ਵਾਲੇ ਬੰਦੇ ਨੂੰ ਹਮਜ਼ਾ ਕਿਹਾ ਜਾਂਦਾ ਬੇਸਿਕਲੀ। ਸੋ ਜਿਹੜੀ ਸਾਡੀ ਐਲਬਮ ਹਮਜ਼ਾ ਸੀ ਉਹਦੇ ਚ ਇਹ ਸੀਗਾ ਕਿ ਜਿਹੜਾ ਬੰਦਾ ਜਿੱਦਾਂ ਤੁਸੀਂ ਕਿਹਾ ਕਿ ਹੁਣ ਦੀ ਜਨਰੇਸ਼ਨ ਦਾ ਜਿਹੜਾ ਮਿਊਜ਼ਿਕ ਆ ਪੌਪ ਜਾਂ ਜੋ ਕੁਝ ਵੀ ਉਹਦੇ ਚ ਸਿਦਕ ਤੇ ਸੱਚਾਈ ਦੇ ਨਾਲ ਇੱਕ ਆਪਣੀ ਪੁਰਖਲੂਸੀ ਲੈ ਕੇ ਸੰਜੀਦਗੀ ਸੂਫੀਜ਼ਮ ਦੀ ਤਸੱਵੁਫ ਲੈ ਕੇ ਉਹ ਇੱਕ ਜੰਗ ਦੀ ਤਰ੍ਹਾਂ ਲੜ ਰਿਹਾ ਔਰ ਲੋਕਾਂ ਨੂੰ ਸੂਫੀਜ਼ਮ ਦਾ ਸੰਦੇਸ਼ ਦੇ ਰਿਹਾ ਜਾਂ ਕਾਈਂਡ ਆਫ। ਸੋ ਉਹ ਸੀਗਾ ਕਿ ਇਹਨਾਂ ਲਫ਼ਜ਼ਾਂ ਦੇ ਵਿੱਚ ਲੋਰ ਸਾਨੂੰ ਨਵੀਂ ਸੜਕ ਤੇ ਤੋਰ ਹੁਣ ਨਹੀਂ ਮੁੜਨਾ ਲਾ ਲਈ ਜ਼ੋਰ ਕੇ ਨੀਂਦਰ ਖੁੱਲ ਗਈ ਏ ਛੱਡ ਗਏ ਮਹਿਰਮ ਰਹਿ ਗਏ ਕੱਲੇ ਕਿਹੜੀ ਮੁੰਦਰੀ ਕਿਹੜੇ ਛੱਲੇ ਹੁਣ ਸਰਤਾਜ ਹੋਰੀ ਵੀ ਚੱਲੇ ਦਾਰੂ ਡੁੱਲ ਗਈ ਏ ਹਮਜ਼ਾ ਹੱਕ ਹਕੂਕ ਵਸੀਲਾ ਹਸਤੀ ਹਲਕੀ ਜੀ ਕਣਤੀਲਾ ਤੱਕ ਉੱਪਰ ਨੂੰ ਅੰਬਰ ਨੀਲਾ ਕੀ ਕੁਛ ਬੋਲਦਾ ਮਿੱਤਰਾ ਕਰ ਉਸ ਤੇ ਇਤਬਾਰ ਹੋਵੇ ਖਿੱਚ ਤਾਂ ਆਉਂਦਾ ਯਾਰ ਵੇ ਤੂੰ ਇਸ ਫਾਨੀ ਸੰਸਾਰ ਦੇ ਵਿੱਚ ਕੀ ਟੋਲਦਾ ਹਮਜ਼ਾ ਹੱਕ ਹਕੂਕ ਵਸੀਲਾ। ਥੈਂਕ ਯੂ ਥੈਂਕ ਯੂ ਕੀ ਬਾਤ ਹੈ। ਔਰ ਤਖਤ ਹਜ਼ਾਰੇ ਵਾਲਾ ਮੁੰਡਾ ਹਮਜ਼ਾ ਜੋ ਉਸ ਤੋਂ ਪਹਿਲਾਂ ਸਰਤਾਜ ਅਫਸਾਨੇ ਅੰਗਰੇਜ਼ ਹਾਂਜੀ ਸਾਰੀਆਂ ਐਲਬਮਾਂ ਵੈਸੇ ਮੇਰੇ ਕੋਲ ਹੈਗੀਆਂ ਪਰ ਮੈਂ ਇੱਕ ਐਲਬਮ ਚੱਕੀ ਔਰ ਉਸ ਐਲਬਮ ਨੂੰ ਚੱਕ ਕੇ ਜਦੋਂ ਮੈਂ ਬੜੇ ਗੀਤ ਜਾਨੀ ਕਿ ਚਲੋ ਅਫਸਾਨੇ ਸਰਤਾਜ ਦੇ ਲਾ ਲਓ ਤੇ ਉਹਦੇ ਵਿੱਚ ਕੋਈ ਕਿਸੇ ਤਾਰੇ ਦੇ ਸਿਰ ਪਾੜੇ ਵਾਲੀ ਗੱਲ ਨਹੀਂ ਸੀ ਜਾਂ ਕੋਈ ਛੜਿਆਂ ਦੀ ਗਲੀ ਦੀ ਗੱਲ ਨਹੀਂ ਸੀ ਜਾਂ ਕੋਈ ਸ਼ਰਾਬ ਦੀ ਗੱਲ ਨਹੀਂ ਸੀ ਜਾਂ ਕੋਈ ਮਟਿਆਰ ਦੀ ਗੱਲ ਨਹੀਂ ਸੀ। ਇਸ ਦੇ ਵਿੱਚ ਸਾਡੇ ਵਰਗਿਆਂ ਨੂੰ ਔਰ ਤੁਹਾਡੇ ਚਾਹਣ ਵਾਲਿਆਂ ਨੂੰ ਬੜਾ ਸਕੂਨ ਮਿਲਦਾ ਕਿ ਐਕਚੁਅਲੀ ਪੋਇਟਰੀ ਜਿਹੜੀ ਸ਼ਾਇਰੀ ਆ ਹੋਰ ਵੀ ਤੁਸੀਂ ਸਬਜੈਕਟ ਵਰਤ ਸਕਦੇ ਹੋ। ਤੁਹਾਡੇ ਵਾਸਤੇ ਕਿੰਨਾ ਜ਼ਰੂਰੀ ਆ ਕਿ ਆਪਣੀ ਸ਼ਾਇਰੀ ਨੂੰ ਆਪਣੇ ਚਾਹਣ ਵਾਲਿਆਂ ਦੇ ਵਿੱਚ ਸ਼ੇਅਰ ਕਰਨਾ?
ਦੇਖੋ ਜਿੱਦਾਂ ਮੈਨੂੰ ਕਾਫੀ ਲੋਕ ਜਿੱਦਾਂ ਤੁਸੀਂ ਵੀ ਕਿਹਾ ਕਿ ਹੁਣ ਸਿੰਗਲ ਟਰੈਕਸ ਦਾ ਜ਼ਮਾਨਾ, ਤੁਸੀਂ ਐਲਬਮ ਕਿਉਂ ਕੱਢਦੇ ਹੋ, ਮੈਨੂੰ ਹੁਣੇ ਹੀ ਸਵਾਲ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ। ਉਹਦਾ ਸਭ ਤੋਂ ਵੱਡਾ ਰੀਜ਼ਨ ਮੈਂ ਤਾਂ ਇਹ ਸਮਝਦਾ ਕਿ ਮੇਰੇ ਕੋਲ ਰੱਬ ਦੀ ਕਿਰਪਾ ਦੇ ਨਾਲ ਅਫਸਾਨੇ ਬਹੁਤ ਜ਼ਿਆਦਾ ਨੇ, ਹਨਾ, ਜਿਹੜੇ ਮੈਂ ਅਮੂਮਨ ਆਪਣੀਆਂ ਮਹਿਫਲਾਂ ਦੇ ਵਿੱਚ ਪਰਫਾਰਮ ਕਰਦਾ। ਪਰ ਜੇਕਰ ਇੱਕ ਇੱਕ Song 6 ਮਹੀਨੇ ਜਾਂ ਸਾਲ ਬਾਅਦ ਕੱਢਾਂਗੇ ਤੇ ਉਹ ਸਾਰੇ ਦੇ ਸਾਰੇ ਡਾਇਰੀਆਂ 'ਚ ਹੀ ਰਹਿ ਜਾਣੇ ਆ। ਸੋ ਹੋ ਸਕਦਾ ਪਲੀਜ਼ ਹੀ ਨਾ ਹੋਣ। ਸੋ ਮੇਰੀ ਤਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਜੋ ਕੁਝ ਵੀ ਪ੍ਰਮਾਤਮਾ ਨੇ ਸ਼ਾਇਰੀ ਦੇ ਜ਼ਰੀਏ ਤੁਹਾਡੀ ਕਲਮ ਨੂੰ ਦਿੱਤਾ, ਤੁਹਾਡੀਆਂ ਡਾਇਰੀਆਂ ਦੇ ਵਿੱਚ ਪ੍ਰੀਜ਼ਰਵ ਪਿਆ, ਉਹ ਜਿੰਨਾ ਵੀ ਹੋ ਸਕੇ ਲੋਕਾਂ ਤੱਕ ਪਹੁੰਚੇ। ਕਿਉਂਕਿ ਮੈਂ ਸਮਝਦਾ ਕਿ ਸ਼ਾਇਦ ਉਹਦੇ ਵਿੱਚ ਕੁਝ ਨਾ ਕੁਝ ਚੰਗਿਆਈ ਹੋਵੇ। ਕਿ ਮੈਨੂੰ ਇਹ ਸਾਰੇ ਬਹੁਤ ਸਾਰੇ ਲੋਕ ਮਿਲੇ ਆ, ਮੈਂ ਉਹਨਾਂ ਦੇ ਮੇਰੇ ਕੋਲ ਫੋਨ ਨੰਬਰਸ ਆ, ਮੈਂ ਪ੍ਰੂਫ ਦੇ ਸਕਦਾ, ਜਿਹੜੇ ਕਹਿੰਦੇ ਸੀ ਕਿ ਅਸੀਂ ਡਿਪਰੈਸ਼ਨ ਦੇ ਮਰੀਜ਼ ਸੀਗੇ ਔਰ ਅਸੀਂ ਤੁਹਾਡੀ ਪੋਇਟਰੀ ਸੁਣੀ, ਅਸੀਂ ਠੀਕ ਹੋ ਗਏ। ਮੈਨੂੰ ਕੋਈ ਬਿਮਾਰੀ ਸੀ, ਮੈਂ ਤੁਹਾਡਾ ਇਹ ਗੀਤ 1 ਮਹੀਨਾ ਸੁਣਦਾ ਰਿਹਾ, ਮੈਂ ਠੀਕ ਹੋ ਗਿਆ। ਸੋ ਏਡੀ ਬਖਸ਼ਿਸ਼ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਲਿਖਿਆ, ਮੈਂ ਕਹਿੰਦਾ ਕਿ ਜੇਕਰ ਪਰਮਾਤਮਾ ਨੇ ਤੁਹਾਡੇ ਜ਼ਰੀਏ ਉਹ ਲੋਕਾਂ ਤੱਕ ਪਹੁੰਚਾਉਣ ਦਾ ਜ਼ਿੰਮਾ ਲਾਇਆ, ਕਿਉਂਕਿ ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ। ਬੇਸਿਕਲੀ ਜਿਹੜਾ ਰੱਬ ਦਾ ਬਖਸ਼ਿਆ ਕਾਜ, ਮੈਂ ਸਮਝਦਾ ਕਿ ਮੇਰੀ ਜ਼ਿੰਮੇਵਾਰੀ ਜਾਂ ਮੇਰੇ ਕੰਧਿਆਂ ਉੱਤੇ ਭਾਰ ਆ। ਸੋ ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ, ਬੜੀਆਂ ਲੰਬੀਆਂ ਰਾਹਾਂ ਨੇ ਇਸ ਦੇ ਅੰਦਰ ਤੋਂ ਸਰਤਾਜ ਦੀਆਂ। ਸੋ ਇਹੋ ਜਿਹੀਆਂ ਐਲਬਮਸ ਮੈਂ ਚਾਹੁੰਦਾ ਕਿ 3-3 ਮਹੀਨਾ ਜਾਂ 6-6 ਮਹੀਨਿਆਂ ਬਾਅਦ ਕੱਢੀ ਜਾਵਾਂ, ਤਾਂ ਕਿ ਜਿੰਨੇ ਵੀ 1000 ਜਾਂ 800 ਗਾਣਾ ਮੇਰੀਆਂ ਡਾਇਰੀਆਂ 'ਚ ਉਹ ਲੋਕਾਂ ਤੱਕ ਪਹੁੰਚ ਜਾਏ ਜਿੰਨੀ ਜਲਦੀ ਹੋ ਸਕੇ। ਤੁਸੀਂ ਦੇਖਿਓ ਅੱਜ ਤੱਕ ਸਾਡੀਆਂ ਜਿੰਨੀਆਂ ਵੀ ਐਲਬਮਸ ਆਈਆਂ ਉਹਦੇ ਉੱਤੇ, ਕਿਉਂਕਿ ਇੱਥੇ ਹੋ ਸਕਦਾ ਕੈਨੇਡਾ ਜਾਂ ਅਮਰੀਕਾ ਜਾਂ ਬ੍ਰਿਟਿਸ਼ ਪੰਜਾਬੀ ਜਿਹੜੇ ਉਹਨਾਂ ਨੂੰ ਗੁਰਮੁਖੀ ਸ਼ਾਇਦ ਕਈ ਵਾਰੀ ਨਹੀਂ ਪੜ੍ਹਨੀ ਆਉਂਦੀ। ਸੋ ਅਸੀਂ ਰੋਮਨ ਦੇ ਵਿੱਚ ਲਿਖਦੇ ਹਾਂ ਮੁਸ਼ਤਾਕ ਦੀਦਾਰਾਂ ਦੇ, MUSHTAAQ ਦੀਦਾਰਾਂ DEEDARAN ਦੇ, ਇੱਕ ਤਾਂ ਰੋਮਨ ਚ ਲਿਖ ਕੇ ਫਿਰ ਉਹਦੀ ਟ੍ਰਾਂਸਲੇਸ਼ਨ ਕਰਕੇ ਦਿੰਦੇ ਆ। ਜਿਵੇਂ ਜਿਹੜੇ ਇੱਥੋਂ ਦੇ ਬੌਰਨ ਬ੍ਰੌਟ ਅਪ ਬੱਚੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੀ ਸਾਡੀ ਪੋਇਟਰੀ ਆ ਥੋੜੀ ਜਿਹੀ ਤੁਸੀਂ ਕਹਿ ਸਕਦੇ ਆ ਪੋਇਟਿਕ ਜ਼ਿਆਦਾ ਆ ਜਾਂ ਲਿਟਰੇਰੀ ਜ਼ਿਆਦਾ ਆ। ਸੋ ਉਹਨਾਂ ਨੂੰ ਸਮਝਾਉਣ ਦੇ ਲਈ ਅਸੀਂ ਉਹ ਟ੍ਰਾਂਸਲੇਸ਼ਨ ਕੀਤੀ ਹੋਈ ਆ ਸਾਰੇ ਦੇ ਸਾਰੇ ਗਾਣਿਆਂ ਦੀ ਇਸ ਵਾਰੀ ਫੇਰ। ਸੋ ਉਸ ਦੇ ਉੱਤੇ ਮੇਰੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ, ਪਰ ਮੇਰਾ ਸਭ ਤੋਂ ਫੇਵਰਟ ਕੰਮ ਐਲਬਮ ਮੇਕਿੰਗ ਦਾ ਉਹੀ ਹੁੰਦਾ ਕਿ ਗਾਣਿਆਂ ਦੀ ਸਿਲੈਕਸ਼ਨ, ਫਿਰ ਉਹਦੀ ਟਾਈਪਿੰਗ ਕਰਨੀ, ਫਿਰ ਉਹਦੀ ਟ੍ਰਾਂਸਲੇਸ਼ਨ ਕਰਨੀ, ਫਿਰ ਉਹਦੀ ਪ੍ਰੂਫ ਰੀਡਿੰਗ ਕਰਨੀ, ਫਿਰ ਫਾਈਨਲ ਉਹਦਾ ਡਿਜ਼ਾਈਨ ਦੇਖਣਾ ਤੇ ਸੂਟੇਬਲ ਫੋਟੋਗ੍ਰਾਫਸ ਲਗਾਉਣੀਆਂ। ਇਸ ਵਾਰੀ ਵੀ ਤੁਸੀਂ ਜ਼ਰੂਰ ਦੇਖਿਓ, ਉਹਦੀ ਬੁਕਲੈਟ ਮੇਰੇ ਖਿਆਲ ਵਿਦਨ ਅ ਡੇ অর 2 ਆ ਜਾਏਗੀ। ਸੋ ਉਹ ਵੀ ਹੱਲ ਅਸੀਂ ਕੀਤਾ ਹੋਇਆ। ਸੋ ਤੁਸੀਂ ਆਪਣੇ ਐਲਬਮ ਦੇ ਵਿੱਚ ਤੁਹਾਡੇ ਕਾਫੀ ਹੱਥ ਹੈ ਜਿੱਦਾਂ ਆਪਾਂ ਕਹਿ ਸਕਦੇ। ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਕਿ ਇਹ ਜਿਹੜੀ ਪੇਸ਼ਕਸ਼ ਤੁਹਾਡੀ ਪੋਇਟਰੀ ਦੀ, ਤੁਹਾਡੀ ਸ਼ਾਇਰੀ ਦੀ, ਜੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਮੈਂ ਇਹੀ ਕਹਿ ਰਿਹਾ, ਕਿਉਂਕਿ ਕਈ ਵਾਰੀ ਸਾਡੀ ਟੀਮ ਜਾਂ ਕੰਪਨੀ ਕਹਿੰਦੀ ਹੈ ਫਿਜ਼ੀਕਲ CD ਦੀ ਸੇਲ ਤਾਂ ਹੈ ਨਹੀਂ, ਤੁਸੀਂ ਕਿਉਂ ਇਹਦੀ ਮਿਹਨਤ ਕਰੀ ਜਾਂਦੇ ਆ ਨਾ, ਤੁਹਾਡਾ 1 ਮਹੀਨਾ ਲੱਗ ਜਾਂਦਾ ਇਸ ਕੰਮ ਤੇ। ਮੈਂ ਕਿਹਾ ਚਲੋ ਵੱਖਰੀ ਗੱਲ ਆ, ਪਰ ਹਰ ਇੱਕ ਬੰਦੇ ਦੀ ਇੱਕ ਰੂਹ ਦੀ ਖੁਰਾਕ ਹੁੰਦੀ ਹੈ। ਸੋ ਮੈਨੂੰ ਮੇਰੀ ਉਹ ਪਰਸਨਲ ਇੱਕ ਲਾਈਕਿੰਗ ਹੀ ਕਹਿ ਲਓ ਕਿ ਮੈਂ ਹਰ ਵਾਰ ਐਲਬਮ ਹੀ ਰਿਲੀਜ਼ ਕਰਨੀ ਹੈ, ਔਰ ਐਲਬਮ ਵੀ ਵਿਦ ਬੁਕਲੈਟ ਰਿਲੀਜ਼ ਕਰਨੀ ਹੈ, ਔਰ ਵਿਦ ਟ੍ਰਾਂਸਲੇਸ਼ਨ ਆਲ ਦੈਟ। ਸੋ ਥੈਂਕ ਯੂ। ਕਿਉਂਕਿ ਅਗੇਂਸਟ ਆਲ ਦੀ ਆਡਸ, ਕਿਉਂਕਿ ਅੱਜ ਕੱਲ ਮੇ ਬੀ ਆਰਟਿਸਟ ਪਬਲਿਕ ਰਿਲੇਸ਼ਨ ਤੇ ਕਰਕੇ, PR ਤੇ ਕਰਕੇ ਥੋੜੇ ਜਿਹਾ ਦਬਾਅ ਥੱਲੇ ਆ ਜਾਂਦੇ ਨੇ, ਮੈਂ ਇਹ ਨਹੀਂ ਕਰਨਾ, ਪਰ ਤੁਸੀਂ ਆਪਣੀ ਬਰਕਰਾਰ ਇਸ ਕੰਮ ਦੇ ਵਿੱਚ। ਹਾਂਜੀ ਹਾਂਜੀ, ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ, ਪਰ ਮੈਂ ਹੁਣ ਜ਼ਿੰਦਗੀ ਦੇ ਜਿਸ ਪੜਾਅ ਤੇ, ਜਿੰਨੀ ਕੁ ਜ਼ਿੰਦਗੀ ਮੈਂ ਦੇਖ ਲਈ ਹੈ, ਦੁਨੀਆ ਦੇਖ ਲਈ ਹੈ, ਮੈਂ ਸਮਝਦਾ ਕਿ ਇਟਸ ਨਾਟ ਆਲਵੇਜ਼ ਅਬਾਊਟ ਮਨੀ, ਹਨਾ। ਸੋ ਜੇ ਪ੍ਰਮਾਤਮਾ ਨੇ ਤੁਹਾਨੂੰ ਇੱਕ ਬਖਸ਼ਿਸ਼ ਕਰਕੇ ਇੱਕ ਫਨਕਾਰ ਬਣਾਇਆ, ਜਿਹਨੂੰ ਅਫਸਾਨੇ ਔੜਦੇ ਆ, ਜਿਹਨੂੰ ਤਰਜ਼ਾਂ ਬਣਦੀਆਂ, ਜਿਹੜਾ ਪਰਫਾਰਮ ਕਰਦਾ, ਜਿਹਨੂੰ ਦੇਖ ਕੇ ਲੋਕ ਖੁਸ਼ ਹੁੰਦੇ ਆ, ਦਾਤ ਦਿੰਦੇ, ਤਾੜੀਆਂ ਮਾਰਦੇ, ਸੋ ਉਹਨੂੰ ਉਹ ਕੁਝ ਵੀ ਜ਼ਰੂਰ ਕਰਨਾ ਚਾਹੀਦਾ ਜੋ ਦਰਅਸਲ ਉਹਦੀ ਰੂਹ ਕਹਿੰਦੀ ਹੈ ਨਾ। ਉਹ ਵੱਖਰੀ ਗੱਲ ਹੈ ਕਿ ਕਮਰਸ਼ੀਅਲ ਵੀ ਹੋਣਾ ਚਾਹੀਦਾ। ਚਲੋ ਤੁਹਾਡੇ ਨਾਲ ਕੰਪਨੀਆਂ ਜੁੜੀਆਂ ਹੋਈਆਂ ਨੇ, ਤੁਹਾਡੇ ਨਾਲ ਪ੍ਰੋਡਿਊਸਰਸ ਜੁੜੇ ਹੋਏ ਨੇ, ਤੁਹਾਡੇ ਨਾਲ ਫਾਈਨੈਂਸਰਸ ਜੁੜੇ ਹੋਏ ਨੇ, ਤੁਹਾਡੇ ਨਾਲ ਪ੍ਰਮੋਟਰਸ ਜੁੜੇ ਹੋਏ ਨੇ, ਉਹਨਾਂ ਦੇ ਵੀ ਫਾਈਨੈਂਸ਼ੀਅਲ ਐਸਪੈਕਟਸ ਹੋ ਸਕਦੇ ਨੇ, ਪਰ ਉਹਨਾਂ ਦੇ ਫਾਈਨੈਂਸ਼ੀਅਲ ਐਸਪੈਕਟਸ ਪੂਰੇ ਕਰ ਦਿਓ ਜ਼ਰੂਰ। ਪਰ ਆਪਣੇ ਲਈ ਜਦੋਂ ਤੁਸੀਂ ਸੋਚਣਾ ਹੋਵੇ ਉਦੋਂ ਦੇਖਣਾ ਚਾਹੀਦਾ ਕਿ ਯਾਰ ਠੀਕ ਹੈ, ਉਹ ਵੀ ਦਿਨ ਸੀਗੇ ਜਦੋਂ ਰੋਟੀ ਸਵੇਰੇ ਖਾ ਲਈਦੀ ਸੀ, ਸ਼ਾਮ ਨੂੰ ਪਤਾ ਨਹੀਂ ਸੀ ਹੁੰਦਾ ਹੁਣ ਸ਼ਾਮੀ ਕਿਸੇ ਦੋਸਤ ਕੋਲ ਜਾਈਏ ਕਿ ਢਾਬੇ ਤੇ ਜਾਈਏ ਕਿ ਹੋਸਟਲ ਜਾਈਏ। ਹੁਣ ਉਹ ਜ਼ਮਾਨਾ ਹੈ ਕਿ ਚਲੋ ਉਹੋ ਜਿਹੀਆਂ ਤੰਗੀਆਂ ਦੋਸ਼ੀਆਂ ਨਹੀਂ ਰਹੀਆਂ। ਸੋ ਇਸ ਕਰਕੇ ਸਕੂਨ, ਇਤਮੀਨਾਨ ਤੇ ਸੈਟੀਸਫੈਕਸ਼ਨ ਜ਼ਰੂਰ ਜ਼ਿੰਦਗੀ 'ਚ, ਮੈਨੂੰ ਲੱਗਦਾ ਸਭ ਤੋਂ ਵੱਡੀ ਅਚੀਵਮੈਂਟ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਸੈਟੀਸਫੈਕਸ਼ਨ ਹੀ ਹੋਣੀ ਚਾਹੀਦੀ। ਆਰ ਯੂ ਐਗਰੀ ਵਿਦ ਦਿਸ? ਸੋ ਪਲੀਜ਼ ਗਿਵ ਮੀ ਸੈਟੀਸਫੈਕਸ਼ਨ, ਸਕੂਨ। ਸਾਡੇ ਵਾਸਤੇ, ਸਾਡੇ ਵਲੈਤੀਆਂ ਵਾਸਤੇ ਸਕੂਨ ਬਹੁਤ ਅਨੋਖਾ। ਸਟ੍ਰੈਸ ਸਾਨੂੰ ਹਨਾ ਖਾਈ ਜਾਂਦੀ ਆ। ਸੁਪਨਾ ਦੇਖ ਲਓ, ਮੇਰੇ ਕੇਸ ਹੁੰਦੇ ਸੀ 2 ਵੀਕਾਂ ਹੋ ਗਈਆਂ ਤੇ ਹੁਣ ਮੇਰਾ ਹਾਲ ਦੇਖ ਲਓ ਬਾਬਿਓ। ਸਰਦਾਰ ਸਾਹਿਬ, ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਕੇ, ਤੁਹਾਡੇ ਗੀਤ ਸੁਣ ਕੇ ਸਕੂਨ ਬੜਾ ਮਿਲਦਾ। ਥੈਂਕ ਯੂ। ਤੇ ਸੱਚਮੁੱਚ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਤੁਸੀਂ ਮੇਰੇ ਮੋਹਰੇ ਬੈਠੇ ਆ, ਕਿਉਂਕਿ ਆਈ ਥਿੰਕ ਸ਼ਾਇਰੀ ਔਰ ਸੰਗੀਤ ਜਦੋਂ ਆਵਾਜ਼ ਜਾਂ ਤਾਲ ਜਾਂ ਸੁਰ ਦਾ ਮੇਲ ਹੁੰਦਾ, ਜਿੱਦਾਂ ਤੁਸੀਂ ਕਿਹਾ ਕਿ ਕਈ ਲੋਕ ਤੁਹਾਡੇ ਗੀਤ ਸੁਣ ਕੇ ਠੀਕ ਹੋ ਗਏ ਜਾਂ
ਡਿਪਰੈਸ਼ਨ ਸੀ, ਉਹਨਾਂ ਨੂੰ ਕੁਝ ਨਾ ਕੁਝ ਮਿਲਿਆ ਉਸ ਦੇ ਵਿੱਚ? Honestly, ਮੈਂ ਜੇ ਸਾਡੇ ਕੋਲ ਟਾਈਮ ਹੈਗਾ ਮੈਂ ਛੋਟਾ ਜਿਹਾ ਕਿੱਸਾ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੁੰਦਾ। ਕਿੱਸਾ ਹੈਗਾ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ, ਕੈਲੀਫੋਰਨੀਆ ਸਟੇਟ ਐਂਡ ਫ੍ਰਿਜ਼ਨੋ ਸ਼ਹਿਰ। ਮੈਂ ਇੱਥੇ ਨਾਮ ਵੀ ਲੈਣਾ, ਉਹ ਕੁੜੀ ਸ਼ਾਇਦ ਹੁਣ ਸੁਣਦੀ ਹੋਵੇ, ਉਹਦਾ ਨਾਮ ਹੈ ਲੱਕੀ, ਪਿੱਛੇ ਉਹਦਾ ਸਰਨੇਮ ਮੈਨੂੰ ਯਾਦ ਨਹੀਂ। ਉਹਦੇ ਮਦਰ ਸਾਡੇ ਕੋਲ ਕਨਸਰਟ 'ਚ ਆਏ, ਕਹਿੰਦੇ ਕਿ ਸਾਡੀ ਬੇਟੀ ਆਈ ਥਿੰਕ ਉੱਥੇ ਸਟਾਰਬਕਸ ਤੇ ਕੰਮ ਕਰਦੀ ਹੈ, ਉਹਨੇ ਹਫਤੇ 'ਚ ਸਾਰੇ ਪੈਸੇ ਜੋੜ ਕੇ ਤੁਹਾਡੇ ਸ਼ੋਅ ਦੀ ਫਰੰਟ ਰੋ ਦੀ ਟਿਕਟ ਲਈ ਸੀ, ਪਰ ਉਹਨੂੰ ਹੁਣ ਪਤਾ ਨਹੀਂ ਕੋਈ ਮੈਂਟਲੀ ਸਿਕਨੈਸ ਸੀਗੀ ਜਾਂ ਕੁਝ ਸੀਗੀ, ਉਹਨੂੰ ਹਸਪੀਟਲ ਦਾਖਲ ਹੋਣਾ ਪੈ ਗਿਆ। ਉਹਦੀ ਟਿਕਟ ਤੇ ਅੱਜ ਮੈਂ ਆ ਗਈ ਹਾਂ। ਸੋ ਉਹ ਇੰਨੀ ਮਤਲਬ ਕਿ ਮੈਨੂੰ ਕਹਿ ਲਓ ਕਿ ਦਿਲ ਨੂੰ ਲੱਗੀ ਕਿ ਚੀਜ਼। ਸਾਡਾ ਫ੍ਰਿਜ਼ਨੋ ਹੀ ਸ਼ੋਅ ਸੀਗਾ ਤੇ ਮੈਂ ਆਪਣੇ ਪ੍ਰਮੋਟਰ ਜੈਸੇ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਕਿ ਸਾਨੂੰ ਉਹ ਕਿੱਥੇ ਆ, ਕੁੜੀ ਨੂੰ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਇਹੋ ਜਿਹੇ ਲੋਕ ਤੁਹਾਨੂੰ ਮਿਲ ਸਕਦੇ ਕਿਤੇ ਜਿਹੜਾ ਸਾਰੀ ਮਿਹਨਤ ਇਕੱਠੀ ਕਰਕੇ ਤੁਹਾਡੇ ਸ਼ੋਅ ਦੀ ਟਿਕਟ ਖਰੀਦਾ ਹੋਵੇ, ਵੀ ਫਰੰਟ ਰੋ ਦੀ ਆਈਡੀਅਮ। ਕਈ ਵਾਰੀ ਬਹੁਤ ਮਹਿੰਗੀਆਂ ਟਿਕਟਸ ਹੁੰਦੀਆਂ, ਮੈਂ ਤਾਂ ਲਾਈਕ ਨਹੀਂ ਕਰਦਾ, ਪਰ ਕੀ ਕਹਿ ਸਕਦੇ ਹਾਂ, ਚਲੋ ਵੀ ਚਾਹੀਦਾ ਕਰਨਾ ਪੈਂਦਾ। ਹਾਂਜੀ, ਬਟ ਫਿਰ ਮੈਂ ਉੱਥੇ ਹਸਪੀਟਲ ਗਿਆ ਜੀ, ਲੱਭ ਕੇ ਅਸੀਂ ਫ੍ਰਿਜ਼ਨੋ 'ਚ ਮੈਂ ਬੁੱਕੇ ਲਿਆ, ਉੱਥੇ ਜਾ ਕੇ ਉਹ ਬੈੱਡ ਤੇ ਪਈ ਸੀ ਤੇ ਉਹਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਅੱਛਾ ਜਿਵੇਂ ਹੁੰਦਾ ਹੀ ਆ ਕਾਈਂਡ ਆਫ। ਤੇ ਮੈਂ ਉਹਨੂੰ ਉਹਦੇ ਕੋਲ ਬੈਠਿਆ, ਉਹਨਾਂ ਗੱਲਾਂ ਕੀਤੀਆਂ, ਮੈਂ ਕਿਹਾ ਤੂੰ ਛੇਤੀ ਠੀਕ ਹੋ ਜਾਣਾ, ਫਿਰ ਤੇਰਾ ਵਿਆਹ ਵੀ ਕਰਨਾ, ਫਿਰ ਆਪਾਂ ਸਟਾਰਬਕਸ ਛੱਡ ਕੇ ਪੜ੍ਹਾਈ ਕਰਨੀ ਆ, ਫਿਰ ਅੱਗੇ ਵਧਣਾ, ਦਿਸ ਐਂਡ ਦੈਟ, ਜਿੰਨੀ ਵੀ ਪੋਜ਼ਿਟਿਵ એનર્ਜੀ ਦੇ ਸਕਦਾ ਸੀਗਾ। ਔਰ ਫਿਰ ਮੈਂ ਉਹਨੂੰ ਲੈਟਰ ਦੇਖ ਕੇ ਲੈ ਕੇ ਆ ਗਿਆ ਤੇ ਚਲੋ ਅਸੀਂ ਵਾਪਸ ਆ ਗਏ। 2 ਦਿਨਾਂ ਬਾਅਦ ਉਹਦੇ ਮਦਰ ਦਾ ਸਾਡੇ ਪ੍ਰਮੋਟਰ ਸਾਹਿਬ ਨੂੰ ਫੋਨ ਆਇਆ ਕਿ ਕਹਿੰਦੇ ਕੁੜੀ ਨੂੰ ਹਸਪੀਟਲ ਤੋਂ ਛੁੱਟੀ ਮਿਲ ਗਈ ਹੈ, ਸ਼ੀ ਇਜ਼ ਪਰਫੈਕਟਲੀ ਫਾਈਨ। ਸੋ ਮਤਲਬ ਇਹ ਸਵਾਬ ਦਾ ਕੰਮ ਮੇਰੇ ਬਿਨਾਂ ਕੀਤੇ ਕੁਝ ਹੋ ਗਿਆ, ਇਸ ਤੋਂ ਵੱਡੀ ਬਖਸ਼ਿਸ਼ ਕੀ ਹੋ ਸਕਦੀ ਹੈ, ਇਸ ਤੋਂ ਵੱਡੀ ਸੈਟੀਸਫੈਕਸ਼ਨ ਕੀ ਹੋ ਸਕਦੀ ਹੈ? ਜੇ ਮੈਂ ਕਹਾਂ ਕਿ ਨਹੀਂ ਮੈਨੂੰ ਤਾਂ $1 ਮਿਲੀਅਨ ਇਸ ਕਨਸਰਟ ਤੇ ਚਾਹੀਦੀ ਹੈ, ਇਹ ਚਾਹੀਦੀ ਹੈ, ਉਹ ਤਾਂ ਹੋਰ ਗੱਲਾਂ ਨੇ ਸੁਖੀ। ਓਨੈਸਟਲੀ ਮਤਲਬ ਕਿ ਮੈਂ ਓਨੈਸਟਲੀ ਸਪੀਕਿੰਗ ਕਿ ਚਲੋ ਬਾਕੀ ਕੰਮ ਚੱਲੀ ਜਾਂਦਾ, ਛਾਨਣਾ ਹੱਲੀ ਜਾਂਦਾ, ਜਿਹੜੇ ਕਰਦੇ ਹਾਏ ਹਾਏ ਜੱਗ ਤੇ ਆਏ ਨਾ ਆਏ। ਇੱਕ ਗੱਲ ਸੁਣੀ ਸਰਤਾਜ, ਸੱਚ ਲਈ ਮਰਨੀ ਹੋਣਾ, ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ। ਕਿਆ ਬਾਤ, ਬਹੁਤ ਅੱਛਾ, ਬਹੁਤ ਅੱਛਾ। ਸਰਤਾਜ ਸਾਹਿਬ, ਕਦੇ ਤੁਸੀਂ ਜਿੱਦਾਂ ਹੁਣ ਸ਼ਾਇਰੀ ਕੀਤੀ ਜਾਂ ਵੈਸੇ ਤੁਹਾਨੂੰ ਸ਼ਾਇਰੀ ਆਉਂਦੀ ਹੋਵੇ, ਇਹ ਸਾਰੀ ਦੀ ਸਾਰੀ ਸ਼ਾਇਰੀ ਤੁਸੀਂ ਆਪਣੇ ਗੀਤਾਂ ਵਿੱਚ ਤਾਂ ਨਹੀਂ ਪਾ ਸਕਦੇ। ਹਾਂਜੀ, ਸ਼ਾਇਦ ਕਦੇ ਕਿਤਾਬ ਲਿਖੋਗੇ ਪੋਇਟਰੀ ਦੀ? ਬਹੁਤ ਸਾਰੇ ਲੋਕ ਕਹਿੰਦੇ ਆ, ਸਪੈਸ਼ਲੀ ਜਿਹੜੇ ਲਿਟਰੇਚਰ ਦੇ ਪ੍ਰੋਫੈਸਰਸ ਨੇ ਜਾਂ ਲੈਜੈਂਡਸ ਨੇ, ਉਹ ਕਹਿੰਦੇ ਕਿ ਤੁਸੀਂ ਜਿਹੜੀ ਪੋਇਟਰੀ ਇਹਨੂੰ ਛਪਵਾਓ ਜ਼ਰੂਰ। ਪਹਿਲਾਂ ਤਾਂ ਮੇਰਾ ਇੱਕ ਏਮ ਸੀਗਾ ਕਿ ਜਿਹੜੀ ਮੇਰੀ ਡਾਕਟਰੇਟ ਦਾ ਥੀਸਿਸ ਆ PhD ਦਾ, ਉਹ ਪੰਜਾਬ ਯੂਨੀਵਰਸਿਟੀ ਕੈਂਪਸ ਲਾਇਬ੍ਰੇਰੀ ਦੇ ਵਿੱਚ ਜਾਣੀ ਪਿਆ ਤੇ ਉਹਨੂੰ ਪਬਲਿਸ਼ ਕਰਨ ਦਾ ਵੀ ਸਾਡਾ ਇਰਾਦਾ ਸੀਗਾ। ਉੱਥੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਡਿਪਾਰਟਮੈਂਟ ਨੇ ਉਹਦਾ ਜ਼ਿੰਮਾ ਉਠਾਇਆ ਸੀ, ਪਰ ਉਹ ਮੇਰਾ ਉਹਨਾਂ ਨੂੰ ਟਾਈਮ ਚਾਹੀਦਾ ਪ੍ਰੋਪਰ, ਕਿਉਂਕਿ ਪੂਰੇ ਦਾ ਪੂਰਾ ਥੀਸਿਸ ਜਿਹੜਾ 565 ਪੇਜ ਦਾ ਹੈ, ਉਹਦਾ ਛਾਪ ਨਹੀਂ ਸਕਦੇ। ਉਹਨੂੰ ਕਿਤਾਬ ਦਾ ਰੂਪ ਦੇਣ ਲਈ ਉਹਨੂੰ ਕਾਫੀ ਛਾਂਟੀ ਕਰਨੀ ਪੈਣੀ ਹੈ, ਐਡਿਟ ਕਰਨਾ ਪੈਣਾ, ਦੁਬਾਰਾ ਰੀਰਾਈਟ ਕਰਨਾ ਪੈਣਾ, ਉਹਦੇ ਲਈ ਟਾਈਮ ਕੱਢਣਾ ਪੈਣਾ। ਸੋ ਮੈਂ ਹਾਲੇ ਤੱਕ ਮੈਨੇਜ ਨਹੀਂ ਕਰ ਸਕਿਆ ਓਨੈਸਟਲੀ, ਪਰ ਮੈਂ ਕਰਾਂਗਾ ਜ਼ਰੂਰ। ਜਿਹੜੀ ਪੋਇਟਰੀ ਦੀ ਕਿਤਾਬ ਦੀ ਗੱਲ ਤੁਸੀਂ ਕਰਦੇ ਹੋ, ਹੁਣ ਤੱਕ ਸਾਡੀਆਂ ਜਿੰਨੀਆਂ ਐਲਬਮਸ ਆਈਆਂ ਉਹਦੇ 'ਚ ਜਿੰਨੇ ਵੀ ਗਾਣੇ ਆ, ਜੇਕਰ ਸਾਰੇ ਗਾਣਿਆਂ ਨੂੰ ਅਸੀਂ ਲਿਖਿਆ ਵੀ ਹੋਇਆ, ਟ੍ਰਾਂਸਲੇਸ਼ਨ ਵੀ ਕੀਤੀ ਹੋਈ ਆ, ਕਿਸੇ ਨਾ ਕਿਸੇ ਦਿਨ ਉਹਨਾਂ ਨੂੰ ਸਾਰਿਆਂ ਨੂੰ ਇਕੱਠੀ ਕਰਕੇ ਇੱਕ ਕਿਤਾਬ ਜ਼ਰੂਰ ਛਾਪ ਦਾਂਗੇ। ਤੇ ਅੱਗੇ ਤੋਂ ਅੱਗੇ ਜਿਹੜੇ ਗਾਣੇ ਆਉਂਦੇ ਰਹਿਣਗੇ, ਕਿਉਂਕਿ ਜੇਕਰ ਪਹਿਲਾਂ ਕਿਤਾਬ ਛਾਪਦੀ ਹੈ ਫਿਰ ਉਹਦੀ ਕਿਊਰੀਓਸਿਟੀ ਜਿਹੜੀ ਆ ਕੰਪੋਜੀਸ਼ਨ ਦੀ ਜਾਂ 뮤직 ਦੀ, ਉਹ ਵੀ ਥੋੜੀ ਜਿਹੀ ਘਟ ਜਾਂਦੀ ਹੈ, ਕਿਉਂਕਿ ਇਹ ਪਰਫਾਰਮਿੰਗ ਆਰਟ ਹੈ ਨਾ। ਸੋ ਇਸ ਕਰਕੇ ਪਰ ਜ਼ਰੂਰ ਮੇਰੀ ਜ਼ਿਹਨ ਦੇ ਵਿੱਚ ਜ਼ਰੂਰ ਗੱਲ ਹੈਗੀ। ਥੈਂਕ ਯੂ। ਮੈਂ ਫਿਰ ਗੱਲਾਂ ਕਰੀ ਜਾਂਦਾ, ਸੋ ਲੈਟਸ ਹੈਵ ਅ ਕੁਐਸਚਨ। ਤੁਹਾਡੇ ਜਿਹੜੇ ਫੈਨਸ ਐਕਚੁਅਲੀ ਉਹਨਾਂ ਦੇ ਨਾਲ ਅੱਜ ਮੁਲਾਕਾਤ ਜਾਰੀ ਹੈ ਤੁਹਾਡੀ, ਸੋ ਇਜ਼ देयर ਐਨੀ ਕੁਐਸਚਨ? ਜਸਟ ਪੁੱਟ ਯਰ ਹੈਂਡ ਅਪ ਪਲੀਜ਼। ਜੋਤੀ, could you just bring the mic over here please? Thank you very much. ਸਰਤਾਜ ਜੀ, ਤੁਹਾਨੂੰ ਬਹੁਤ ਵੈਲਕਮ ਕਹਿੰਦੇ ਆ। ਸ਼ੁਕਰੀਆ ਤੇ ਪਹੁੰਚੇ ਹੋ। ਮੇਰਾ ਇੱਕ ਸਵਾਲ ਆ, ਤੁਹਾਨੂੰ ਸੁਣਦੇ ਆ ਰਹੇ ਆ ਬਹੁਤ ਦੇਰ ਤੋਂ। ਤੁਹਾਡਾ ਇੱਕ ਗੀਤ ਸੀਗਾ ਆ, ਤੁਹਾਡੀ ਆਪ ਹੱਡ ਬੀਤੀ ਸੀ ਉਹ ਗੀਤ, ਯਾਰਾਂ ਜਿਹੇ ਯਾਰ ਮੇਰੇ ਲੱਗੀ ਸੀਪ ਸੀ, ਗਏ ਸੀ ਘੁੰਮਣ ਜੀਪ ਸੀ, ਤੇ ਉਹ ਵਾਲਾ ਗੀਤ ਸੀਗਾ। ਉਹਦੇ ਵਿੱਚ ਤੁਸੀਂ ਇੱਕ ਕੁੜੀ ਦਾ ਜ਼ਿਕਰ ਕੀਤਾ ਸੀ, ਨਿੱਕੀ ਜਿਹੀ ਕੁੜੀ ਦਾ। ਮੈਨੂੰ ਲੱਗਦਾ ਕਿ ਹਰ ਜਿੰਨੇ ਵੀ ਇੱਥੇ ਬੈਠੇ ਨੇ ਉਹਨਾਂ ਦੇ ਨਾਲ ਹਾਲੇ ਤੱਕ ਤੁਰੀ ਜਾਂਦੀ ਆ ਉਹ ਕੁੜੀ। ਤੇ ਉਹ ਜਿਹਾ ਹਾਦਸਾ ਤੁਹਾਡੇ ਨਾਲ ਦੁਬਾਰਾ ਹੋਇਆ ਕਿ ਤੁਸੀਂ ਉਸ ਉਦਾਂ ਦੀ ਕੁੜੀ ਲਈ ਜਾਂ ਉਦਾਂ ਦੇ ਕਿਸੇ ਗੀਤ ਲਿਖਣ ਦੀ ਹੋਰ ਕੋਸ਼ਿਸ਼ ਕੀਤੀ, ਜਾਂ ਹੋ ਚੁੱਕਾ ਇਹੋ ਜਿਹਾ? ਥੈਂਕ ਯੂ। ਨਿੱਕੀ ਜਿਹੀ ਕੁੜੀ ਦਾ ਹਾਦਸਾ ਤਾਂ ਦੇਖੋ ਇੱਕ ਜ਼ਿੰਦਗੀ ਦੀ ਬਹੁਤ ਖੂਬਸੂਰਤ ਘਟਨਾ। ਜਿਵੇਂ ਜੇ ਤੁਸੀਂ ਉਹ ਗਾਣਾ ਆਫੀਸ਼ੀਅਲੀ CD 'ਚ ਸੁਣੋ, ਮੈਂ ਉਹਦੇ 'ਚ ਕਿਹਾ ਕਿ ਇਹ ਖੂਬਸੂਰਤ ਹਾਦਸਾ ਮੇਰੀ ਜ਼ਿੰਦਗੀ 'ਚ ਵਾਪਰਿਆ ਜਿਹਦੇ ਨਾਲ ਮੇਰੀ ਜ਼ਹਿਨ ਦੇ ਵਿੱਚ ਬਹੁਤ ਤਬਦੀਲੀ ਆਈ। ਮੈਂ ਉਹ ਸਪੈਸ਼ਲੀ ਕਿਹਾ ਉਸ ਚੀਜ਼ ਦੇ ਲਈ। ਉਹ ਹਾਦਸੇ ਰੋਜ਼-ਰੋਜ਼ ਨਹੀਂ ਵਾਪਰਦੇ, ਉਹ ਬੜੀਆਂ ਜ਼ਿੰਦਗੀ ਦੀਆਂ ਟਰਨਿੰਗ ਪੁਆਇੰਟਸ ਹੁੰਦੇ ਆ ਜਿੱਥੇ ਤੁਹਾਡਾ ਜ਼ਹਿਨ
ਤਬਦੀਲ ਹੋ ਜਾਂਦਾ। ਤਾਂ ਹੀ ਇਹੋ ਜਿਹੀ ਮੈਨੂੰ ਲੱਗਦਾ ਕਿ ਹੁਣ ਜਦ ਮੇਰੀ ਸੋਚ ਇਹੋ ਜਿਹੀ ਬਣੀ ਆ, ਇਹੀ ਵਜ੍ਹਾ। ਉਸ ਤਰ੍ਹਾਂ ਦੇ ਹਾਦਸੇ ਬਹੁਤ ਸਾਰੇ ਵਾਪਰਦੇ ਨੇ। ਮੈਂ ਜੇ ਕਹਾਂ, ਜੇ ਤੁਸੀਂ ਮੇਰਾ ਗਾਣਾ ਸੁਣਿਆ ਕਿਸੇ ਨੇ, ਮੈਂ ਲਿਖਣਾ ਚਾਹੁੰਦਾ ਹਾਂ ਕੋਈ ਦਰਦ ਗਰੀਬਾਂ ਦਾ ਜਿਨ੍ਹਾਂ ਨਾਲ ਪੈ ਗਿਆ ਕੋਈ ਵੈਰ ਨਸੀਬਾਂ ਦਾ। ਮੈਂ ਗਾਉਣਾ ਚਾਹੁੰਦਾ 2 ਲਾਈਨਾਂ, ਮੇਰਾ ਪਰਸਨਲ ਫੇਵਰਿਟ ਸੌਂਗ ਹੈ। ਕੱਲਿਆਂ ਦਾ ਜੰਮਣਾ ਤੇ ਕੱਲਿਆਂ ਦਾ ਹੀ ਮਰਨਾ ਏ, ਇਹ ਦੁੱਖ ਤਕਲੀਫਾਂ ਨੂੰ ਕੱਲਿਆਂ ਨਹੀਂ ਜਰਨਾ ਏ। ਨਾ ਦੋਸਤ ਬਣਦੇ ਨੇ, ਨਾ ਦੋਸਤ ਬਣਦੇ ਨੇ, ਨਾ ਦੋਸਤ ਬਣਦੇ ਨੇ ਤੇ ਨਾ ਸਾਥ ਹਬੀਬਾਂ ਦਾ। ਮੈਂ ਲਿਖਣਾ ਚਾਹੁੰਦਾ ਵਾਂ ਕੋਈ ਦਰਦ ਗਰੀਬਾਂ ਦਾ, ਜਿਨ੍ਹਾਂ ਨਾਲ ਪੈ ਗਿਆ ਏ ਕੋਈ ਵੈਰ ਨਸੀਬਾਂ ਦਾ। ਮੈਂ ਲਿਖਣਾ ਚਾਹੁੰਦਾ ਵਾਂ। ਇਹ ਗਾਣਾ ਲਿਖਣ ਦੀ ਵਜ੍ਹਾ, ਮਾਨਸਾ ਜ਼ਿਲ੍ਹਾ ਪੰਜਾਬ ਦੇ ਵਿੱਚ ਇੱਕ ਕੋਈ ਜਿਹਨੂੰ ਤੁਸੀਂ ਕਹਿ ਲਓ ਕਿ ਛੋਟੀ ਜ਼ਾਤ ਦਾ ਕੋਈ ਬੰਦਾ ਸੀ, ਜਿਹਨੂੰ ਉੱਥੋਂ ਦੇ ਕਿਸੇ ਵੱਡੀ ਜ਼ਾਤ ਦੇ ਬੰਦੇ ਨੇ, ਕਿਸੇ ਅਮੀਰ ਬੰਦੇ ਨੇ ਕਿਸੇ ਵਜ੍ਹਾ ਕਰਕੇ ਉਹਦੇ ਹੱਥ ਪੈਰ ਕੱਟ ਦਿੱਤੇ ਔਰ ਉਹ ਬੇਜ਼ਾਰ ਹੋ ਗਿਆ। ਆਪਣੀ ਦਸਤਾਰ ਵੀ ਆਪ ਨਹੀਂ ਸਜਾ ਸਕਦਾ ਸੀ, ਪਰ ਫਿਰ ਵੀ ਉਹਨੇ ਹਿੰਮਤ ਨਹੀਂ ਹਾਰੀ, ਉਹ ਸੱਚ ਦੇ ਲਈ ਲੜਦਾ ਰਿਹਾ। ਸੋ ਉਹਨੂੰ ਦੇਖ ਕੇ ਮੇਰੇ ਜ਼ਿਹਨ ਦੇ ਵਿੱਚ ਗਾਣਾ ਆਇਆ ਸੀ। ਸੋ ਇਸ ਤਰ੍ਹਾਂ ਦੇ ਹਾਦਸੇ ਜ਼ਿੰਦਗੀ 'ਚ ਬਹੁਤ ਸਾਰੇ ਵਾਪਰਦੇ ਨੇ। ਕੁੜੀਓ ਰੋਇਆ ਨਾ ਕਰੋ ਵੀ ਏਦਾਂ ਹੀ ਸੀਗਾ ਕਿ ਮੇਰੇ ਸਾਹਮਣੇ ਕੋਈ ਸਕੂਟਰ ਤੇ ਬੈਠੀ ਕੁੜੀ ਰੋਂਦੀ ਜਾਂਦੀ ਸੀ ਪਿੱਛੇ, ਤੇ ਸ਼ਾਇਦ ਉਹਨੂੰ ਕੋਈ ਦਰਦ ਹੋਣਾ ਜਾਂ ਉਹਦਾ ਕੁਝ ਗਵਾਚ ਗਿਆ ਹੋਣਾ, ਜਾਂ ਹੋ ਸਕਦਾ ਘਰ 'ਚ ਕੋਈ ਮੰਦਭਾਗੀ ਘਟਨਾ ਵਾਪਰੀ ਹੋਵੇ। ਸੋ ਇਹ ਜ਼ਿੰਦਗੀ ਦੀਆਂ ਜਿਹੜੀਆਂ ਸੁੱਖ ਦੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ ਜਿਹੜੀ ਗੱਲ ਹੈ, ਸੋ ਉਹਨਾਂ ਤੋਂ ਹੀ ਮੇਰੇ ਅਫਸਾਨੇ ਬਣਦੇ ਆ। ਸਰਤਾਜ ਦੇ ਸ਼ਾਇਰ, ਕਿਉਂਕਿ ਅਸੀਂ ਤੁਹਾਨੂੰ ਪਰਫਾਰਮਰਸ ਆਬਵੀਅਸਲੀ ਤਾਂ ਤੁਸੀਂ ਹੈ ਹੀ, ਇੱਕ ਸਿੰਗਰ ਤਾਂ ਤੁਸੀਂ ਹੈ ਹੀ, ਪਰ ਉਸ ਦੇ ਨਾਲ ਇੱਕ ਕੰਪੋਜ਼ਰ ਬੜੇ ਤਕੜੇ ਹੋ। ਥੈਂਕ ਯੂ। ਸੋ ਜਦੋਂ ਤੁਸੀਂ ਕੰਪੋਜ਼ਿੰਗ ਦੀ ਗੱਲ ਕਰਦੇ, ਜਦੋਂ ਕੰਪੋਜ਼ ਕੁਝ ਕਰਨ ਬੈਠਦੇ ਹੋ ਕਰਨ ਵਾਸਤੇ, ਹਾਂਜੀ, ਉਹ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਕਿੰਨਾ ਜਾਣ ਕੇ ਜ਼ਰੂਰੀ ਹੁੰਦਾ ਕਿ ਮੈਂ ਤਰਜ ਕੁਝ ਏਦਾਂ ਗਾਵਾਂ ਕਿ ਜਿਹਦੇ ਨਾਲ ਪੰਜਾਬੀ ਵੀ ਥੋੜਾ ਬਹੁਤਾ ਜੁੜ ਜਾਣ? ਕਿਉਂਕਿ ਤੁਹਾਡੀਆਂ ਤਰਜਾਂ ਦੇ ਵਿੱਚ ਸਾਨੂੰ ਏਦਾਂ ਲੱਗਦਾ ਕੁਝ ਨਾ ਕੁਝ ਸਾਡੇ ਦਿਲ ਦੇ ਵਿੱਚ ਵੀ ਯਾਰ ਕੁਝ ਹੁੰਦਾ ਵੇ, ਮਿਲਦੀ ਗਲਦੀ ਆ। ਹਾਂਜੀ, ਬਹੁਤ ਬਹੁਤ ਖੂਬਸੂਰਤ ਕੁਐਸਚਨ ਹੈ। ਪਹਿਲਾਂ ਤਾਂ ਮੈਂ ਤੁਹਾਡੇ ਸਵਾਲ ਤੋਂ ਪਹਿਲਾਂ ਜਿੱਦਾਂ ਦੀਆਂ ਤਰਜ਼ਾਂ ਤੋਂ ਮੈਂ ਇਨਸਪਾਇਰ ਹੋਇਆ ਜ਼ਿੰਦਗੀ 'ਚ, ਜਿਹੜੀਆਂ ਫੋਕ, ਏਦਾਂ ਲੱਗਦਾ ਕਿ ਫੋਕ ਹੀ ਆ ਪਰ ਉਹ ਫੋਕ ਨਹੀਂ ਹੈ, ਉਹਨਾਂ ਦੀ ਬਣਾਈ ਹੋਈ ਤਰਜ਼ਾਂ। ਖਾਨ ਸਾਹਿਬ, ਨੁਸਰਤ ਫਤਿਹ ਅਲੀ ਖਾਨ ਸਾਹਿਬ ਬਾਰੇ ਇੱਕ ਵਾਰੀ ਜ਼ੋਰਦਾਰ ਉਹਨਾਂ ਦੇ ਨਾਮ ਦੀ ਤਾੜੀ ਮਾਰ ਦਿਓ। ਕੈਨ ਯੂ ਇਮੇਜਿਨ ਕਿ ਕੋਈ ਐਡੀ ਪੁਖਤਾ ਔਰ ਐਡੀ ਆਸਾਨ ਕੰਪੋਜੀਸ਼ਨ ਬਣਾ ਸਕਦਾ ਕਿ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਜੀ ਕਰੇ ਵੇਖਦਾ ਰਵਾਂ ਕਿੰਨਾ ਸੋਹਣਾ। ਏਦਾਂ ਲੱਗਦਾ ਕੋਈ ਗੱਲ ਕਰ ਰਿਹਾ, ਜਿਵੇਂ ਮੈਨੂੰ ਕਹਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ। ਸੋ ਕਿਸੇ ਕੰਪੋਜੀਸ਼ਨ ਦੇ ਵਿੱਚ ਇਹ ਟੈਕਟ ਹੋਣਾ ਜਾਂ ਇਹ ਐਸੈਂਸ ਹੋਣਾ ਏਡਾ ਜ਼ਿਆਦਾ ਲਾਜ਼ਮੀ ਆ। ਸੋ ਜਦੋਂ ਮੈਂ ਤਰਜ਼ ਬਣਾਉਂਦਾ, ਮੈਂ ਤਰਜ਼ ਬਣਾਉਂਦਾ ਨਹੀਂ ਸੁਖੀ ਕਰੀ, ਮੈਂ ਤਰਜ਼ ਨੂੰ ਵੰਡ ਦੇਣਾ। ਜਦੋਂ ਮੈਂ ਕਹਿੰਦਾ ਪਾਣੀ 5 ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ, ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ, ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ, ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ, ਰੰਗ ਕਣਕਾਂ ਦਾ ਹਰੇ ਤੂੰ ਸੁਨਹਿਰੀ ਹੋ ਗਿਆ। ਸੋ ਏਦਾਂ ਲੱਗਦਾ ਬੰਦਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਤੁਹਾਨੂੰ ਦੱਸ ਰਿਹਾ ਕਿ ਯਾਰ ਪਾਣੀ 5 ਦਰਿਆਵਾਂ ਵਾਲਾ ਨਹਿਰੀ ਹੋ ਗਿਆ, ਮੁੰਡਾ ਪਿੰਡ ਦਾ ਸੀ ਸ਼ਹਿਰ ਅੱਗੇ। ਸੋ ਇਹ ਜਿਹੜਾ ਸੈਂਸ ਆਫ ਕੰਪੋਜੀਸ਼ਨ ਆ, ਇਹ ਵੀ ਬਖਸ਼ਿਸ਼ ਆ। ਦੇਖੋ ਮੈਂ ਤਾਂ ਇਸ ਤੋਂ ਵੀ ਅਗਲੀ ਗੱਲ ਕਰਨੀ ਚਾਹੁੰਦਾ। ਲੋਕ ਕਹਿੰਦੇ ਆ ਕਿ ਸ਼ਾਇਰੀ ਔੜਦੀ ਆ, ਕੰਪੋਜੀਸ਼ਨ ਬਣਦੀ ਆ। ਮੈਂ ਤਾਂ ਕਹਿੰਦਾ ਸ਼ਾਇਰੀ ਤਾਂ ਔੜਦੀ ਆ, ਕੰਪੋਜੀਸ਼ਨ ਵੀ ਔੜਦੀ ਆ। ਬੇਸਿਕਲੀ ਕੰਪੋਜੀਸ਼ਨ ਜੇਕਰ ਮੈਂ ਹਾਰਮੋਨੀਅਮ ਤੇ ਬੈਠ ਕੇ ਮੈਂ ਕਹਾਂਗਾ ਕਿ ਬੈਰਾਗੀ ਭੈਰਵ ਚ ਬਣਾਉਣੀ ਆ, ਗੁਜਰੀ ਤੋੜੀ ਚ ਬਣਾਉਣੀ ਆ, ਮੈਂ ਹਾਰਡ ਕੰਪੋਜੀਸ਼ਨ ਬਣਾਉਣੀ ਆ, ਥੋੜੀ ਟਫ ਬਣਾਵਾਂ ਜਿਹੜੀ ਲੋਕਾਂ ਨੂੰ ਸਮਝ ਨਾ ਆਵੇ, ਗਾਉਣੀ ਔਖੀ ਹੋਵੇ, ਉਹਦਾ ਫਾਇਦਾ ਕੁਝ ਨਹੀਂ। ਉਹ ਜ਼ਰੂਰੀ ਹੈ ਜੇਕਰ ਤੁਸੀਂ ਆਪਣੀ ਅਦਾਕਾਰੀ ਫਨਕਾਰੀ ਦਿਖਾਣੀ ਹੈ ਗਾਇਕੀ ਚ, ਚਲੋ ਕਿਤੇ ਕਿਤੇ ਜ਼ਰੂਰ, ਪਰ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਆਮ ਆਵਾਮ ਦੇ ਗਵਈਏ ਹੋਵੋ, ਉਦੋਂ ਤੁਹਾਨੂੰ ਕੀ ਕਰਨਾ ਪੈਣਾ? ਅੱਜ ਦਿਲ ਸਭਨਾ ਦੇ ਸ਼ਾਦ ਹੋਏ, ਘਰ ਸੁੰਨੇ ਵੀ ਆਬਾਦ ਹੋਏ, ਤੇਰੇ ਗੀਤ ਸਭਾ ਨੂੰ ਯਾਦ ਹੋਏ, ਸਰਤਾਜ ਤਿਆਰੀ ਕਰ ਲੈ ਵੇ, ਉਹ ਤੇਰੇ ਇਸ਼ਕ ਦੀ ਬੱਦੜੀ ਮਰ ਜਾਣੀ, ਆ ਤੇਰੇ ਇਸ਼ਕ ਦੀ ਬੱਦੜੀ ਮਰ ਜਾਣੀ ਏ, ਹੋਰ ਕਿਤੇ ਹੀ ਵਰ ਜਾਣੀ, ਬਣ ਰਾਂਝਾ ਇਹਨੂੰ ਵਰ ਲੈ ਵੇ, ਅੱਜ ਨੱਚੀਏ ਨਾਚ ਅਨੋਖਾ, ਹੋ ਅੱਜ ਨੱਚੀਏ ਨਾਚ ਅਨੋਖਾ ਜੀ, ਲੈ ਤਾਲ ਨੂੰ ਦਈਏ ਧੋਖਾ ਜੀ, ਆ ਦੇਖ ਢੋਲਕੀ ਵੱਜਦੀ ਏ ਤੂੰ, ਕੱਲ ਪਰਸੋਂ ਨੂੰ ਛੋੜ ਪਰੇ ਸੋਚਾਂ ਦੀ ਧੌਣ ਮਰੋੜ ਪਰੇ, ਲੈ ਲੁਤਫ ਕੜੀ ਜੋ ਅੱਜ ਦੀ। ਕੀ ਬਾਤ ਹੈ, ਕੀ ਬਾਤ। ਸੋ ਇਹ
ਮੇਰੀਆਂ ਤਰਜ਼ਾਂ ਦਾ ਸਿਲਸਿਲਾ। ਹਾਂ ਮੇਰੇ ਦਿਲ ਦੇ ਵਿੱਚ ਕਾਫੀ ਦੇਰ ਤੋਂ ਸੀ ਐਕਚੁਅਲੀ ਕੁਐਸਚਨ। ਬਟ ਵੈਰੀ ਬਿਊਟੀਫੁਲ ਕੁਐਸਚਨ, ਥੈਂਕਸ ਫॉर ਦਿਸ। Yeah, I think so. I think obviously we know you as a performer, but as a composer and as a ਸ਼ਾਇਰ ਵੀ ਤੁਹਾਨੂੰ ਜਾਣਦੇ, ਪਰ ਜਿਹੜੀ ਕੰਪੋਜੀਸ਼ਨ ਹੈ ਉਹ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੰਪੋਜੀਸ਼ਨ ਇਜ਼ ਦਾ ਹਾਰਡੈਸਟ ਥਿੰਗ ਇਨ ਦਾ 뮤직 ਇੰਡਸਟਰੀ। ਜਦੋਂ ਤੁਸੀਂ ਗਾਣਾ ਇਦਾਂ ਕਿ ਮੇਰੇ ਵਰਗੇ ਤਾਂ ਬਿੱਲੋ ਜੀ ਜ਼ਰਾ ਹਿੱਲੋ ਜੀ 10 ਵੱਜ ਗਏ ਛੱਡ ਦਿਓ ਪਿੱਲੋ ਜੀ ਜ਼ਰਾ ਹਿੱਲੋ ਜੀ, ਗਾਣਾ ਤਾਂ ਇਦਾਂ ਵੀ ਲਿਖੋ ਜਾਂਦਾ, ਪਰ ਉਹਦੀ ਤਰਜ਼ ਜੇਕਰ ਅਕੋਰਡਿੰਗਲੀ ਨਹੀਂ ਹੋਊਗੀ ਉਹ ਲਫ਼ਜ਼ਾਂ ਦੇ ਹਾਣ ਦਾ ਨਹੀਂ ਹੋਣਾ। ਸਾਡੀ ਇੱਕ ਐਲਬਮ ਸੀ, ਉਹਦਾ ਨਾਮ ਹੀ ਮੈਂ ਰੱਖਿਆ ਲਫ਼ਜ਼ਾਂ ਦੇ ਹਾਣ ਦਾ ਸਰਤਾਜ। ਸੋ ਤਰਜ਼ ਲਫ਼ਜ਼ਾਂ ਦੇ ਹਾਣ ਦੀ ਹੋਊਗੀ ਤਾਂ ਹੀ ਉਹਦੀ ਉਮਰ ਜ਼ਿਆਦਾ ਹੋਏਗੀ। ਜੀ ਜੀ ਜੀ, ਕੀ ਬਾਤ, ਵੈਰੀ ਗੁੱਡ। ਆਈ ਥਿੰਕ ਦੈਟਸ ਵੈਰੀ ਇੰਪੋਰਟੈਂਟ, ਕਿਉਂਕਿ obviously ਦੇਖਣ ਵਾਲੇ ਇਸ ਮਹਿਫਲ ਦੇ ਵਿੱਚ ਵੀ ਕਾਫੀ ਮਿਊਜ਼ਿਕ ਪ੍ਰੋਡਿਊਸਰ ਨੇ। ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਇਸ ਵਾਸਤੇ ਕਿ ਕਿਉਂਕਿ ਕਹਿੰਦੇ ਤਰਜ ਬਣਾ ਕੇ, ਪਰ ਆਈ ਥਿੰਕ ਕੰਪੋਜੀਸ਼ਨ ਇਜ਼ ਵੈਰੀ ਇੰਪੋਰਟੈਂਟ, ਕਰਕੇ ਦਿਲ ਦੇ ਵਿੱਚ ਜਿਹੜੀ ਚੀਜ਼ ਲੱਗਦੀ ਹੈ, ਅਲਫਾਜ਼ ਤਾਂ ਲੱਗਣੇ, ਪਰ ਜਿਹੜੀ ਕੰਪੋਜੀਸ਼ਨ ਲੱਗਦੀ ਹੈ ਉਹ ਸ਼ਾਇਦ ਸਾਨੂੰ ਦੀ ਕੌਨਸ਼ੀਅਸ ਮਾਈਂਡ ਨੂੰ ਪਤਾ ਨਹੀਂ ਲੱਗਦਾ। ਬਿਲਕੁਲ ਨਹੀਂ। ਸਾਡੀ ਹਜ਼ਾਰੇ ਵਾਲਾ ਮੁੰਡਾ ਚ ਸੈਕੰਡ Song ਆ, ਤੁਸੀਂ ਜ਼ਰੂਰ ਸੁਣਿਓ, ਸੱਜਣ ਰਾਜ਼ੀ ਉਹਦਾ ਨਾਮ ਆ। ਉਹਦੀ ਕੰਪੋਜੀਸ਼ਨ ਮੇਰੀ ਬਹੁਤ ਫੇਵਰੇਟ ਆ। ਮੈਂ ਗਾਣੇ ਚਾਹੁੰਦਾ ਥੋੜੀ ਯੈਸ ਸੱਜਣ ਰਾਜ਼ੀ ਹੋ ਜਵੇ ਫੇਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਵੇ ਫੇਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਪਾਗਲਾ, ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਵੇ ਫੇਰ ਵੀ ਉਹ ਰੌਲਾ ਨਹੀਂ ਉਹ ਪਾਈਦਾ। ਹਾਂ ਇਹ ਰਮਜ਼ ਲਕੋਲਵੀਂ ਮੂਰਖਾ ਦਿਲਾਂ ਦਾ ਬੂਹਾ ਢੋਲਵੀਂ ਮੂਰਖਾ, ਰਾਤਾਂ ਤੋਂ ਖਾਬ ਖੋਲਵੀਂ ਮੂਰਖਾ ਤੇ ਗੀਤਾਂ ਚ ਪਰੋਲਵੀਂ ਮੂਰਖਾ, ਸੁਰਾਂ ਨੂੰ ਜ਼ਰਾ ਛੋਲਵੀਂ ਸਰਤਾਜ ਐਦਾਂ ਨਹੀਂ ਹੋ ਗਾਈਦਾ ਪਾਗਲਾ, ਸੁਰਾਂ ਨੂੰ ਜ਼ਰਾ ਛੋਲਵੀਂ ਸਰਤਾਜ ਐਦਾਂ ਨਹੀਂ ਹੋ ਗਾਈਦਾ ਪਾਗਲਾ, ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਵੇ ਫੇਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਪਾਗਲਾ। ਤਾਂ ਹੀ ਕੰਮ ਖਰਾਬ। ਥੈਂਕ ਯੂ। ਤਾਂ ਹੀ ਕੰਮ ਖਰਾਬ ਹੁੰਦਾ, ਅਸੀਂ ਰੌਲਾ ਪਾ ਦਿੰਨੇ ਆ। ਕਹਿੰਦੇ ਗੱਲ ਠੀਕ ਚੁੱਪ ਰਹਿਣਾ ਚਾਹੀਦਾ ਬੰਦਾ। ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਦਾ ਇੱਕ ਜਵਾਬ ਦਿੰਦਾ ਕਿ ਲੋਕੀ ਚਾਨਣਿਆਂ ਦੇ ਆਸ਼ਿਕ ਪਰ ਮੈਂ ਧੁੱਪ ਦਾ ਆਸ਼ਿਕ ਹਾਂ, ਲੋਕੀ ਸ਼ੋਰ ਸ਼ਰਾਬਾ ਚਾਹੁੰਦੇ ਪਰ ਮੈਂ ਚੁੱਪ ਦਾ ਆਸ਼ਿਕ ਹਾਂ, ਸਭ ਨੂੰ ਸੱਜਣਾ ਬਾਰੇ ਦੱਸਣਾ ਸਾਨੂੰ ਔਖਾ ਲੱਗਦਾ ਏ, ਲੋਕਾਂ ਸਾਹਮਣੇ ਬਹਿ ਬਹਿ ਹੱਸਣਾ ਸਾਨੂੰ ਔਖਾ ਲੱਗਦਾ ਏ, ਜਿਹੜਾ ਇਸ਼ਕ ਕਰੀਦਾ ਉਹਦੇ ਉਸ ਲੁਕ ਛੁਪ ਦਾ ਆਸ਼ਿਕ ਹਾਂ, ਲੋਕੀ ਸ਼ੋਰ ਸ਼ਰਾਬਾ ਚਾਹੁੰਦੇ ਪਰ ਮੈਂ ਚੁੱਪ ਦਾ ਆਸ਼ਿਕ ਹਾਂ। ਸੱਚਮੁੱਚ ਥੈਂਕ ਯੂ। ਆਬਵੀਅਸਲੀ ਸੱਚਮੁੱਚ ਤੁਸੀਂ ਐਕਚੁਅਲੀ ਜਿਹੜਾ ਸਕੂਨ ਜਿਹੜਾ ਚੁੱਪ ਬੜੀ ਅਪਰੀਸ਼ੀਏਟ ਕਰਦੇ ਹੋਵੋਗੇ, ਕਿਉਂਕਿ ਤੁਹਾਡੀ ਦੁਨੀਆ ਦੇ ਵਿੱਚ ਸ਼ੋਰ ਤਾਂ ਨਹੀਂ ਕਹਿਣਾ ਚਾਹਦਾ ਸੰਗੀਤ ਤੌਰ ਤੇ, ਪਰ ਵੈਸੇ ਕਾਫੀ ਤੁਸੀਂ ਕਿਸੇ ਹਰ ਇੱਕ ਦੇ ਨਾਲ ਇੰਟਰੈਕਟ ਕਰਨਾ, ਪਰ ਜਦੋਂ ਤੁਹਾਨੂੰ ਇਕੱਲਿਆਂ ਨੂੰ ਮੌਕਾ ਮਿਲਦਾ, ਸਰਤਾਜ ਸਾਹਿਬ ਮੌਕਾ ਮਿਲਦਾ ਹੋਵੇਗਾ, ਉਦੋਂ ਸਰਤਾਜ ਦੇ ਜ਼ਿਹਨ ਦੇ ਵਿੱਚ ਕੀ ਗੁਜ਼ਰਦਾ, ਉਦੋਂ ਜਾਣ ਕੇ ਤੁਹਾਡੀ ਸੋਚ ਕਿੱਥੇ ਹੁੰਦੀ ਉਸ ਵੇਲੇ? Honestly, ਜਦੋਂ ਮੈਂ ਤੇ ਸੁੱਖੀ ਪਿੱਛੇ ਗ੍ਰੀਨ ਰੂਮ 'ਚ ਸੀਗੇ, ਮੈਨੂੰ ਪੁੱਛਦੇ ਸੀ ਕਹਿੰਦੇ ਕੋਈ ਇਹੋ ਜਿਹਾ ਸਵਾਲ ਜਿਹੜਾ ਤੁਸੀਂ ਚਾਹੁੰਦੇ ਪੁੱਛਣਾ, ਮੈਂ ਕਿਹਾ ਨਹੀਂ ਜੋ ਮਰਜ਼ੀ, ਪਰ ਆਹੀ ਸਵਾਲ ਸੀ ਜਿਹੜਾ ਮੈਂ ਚਾਹੁੰਦਾ ਸੀ ਕਿ ਪੁੱਛ ਲਵੇ, ਸੱਚੀ ਪੁੱਛ ਲਿਆ ਤੁਸੀਂ। ਦੇਖੋ ਅੱਜ ਅਸੀਂ Q&A 'ਚ ਆਏ ਤੇ ਬ੍ਰਿਟਿਸ਼ ਆ, ਥੈਂਕ ਯੂ। ਬੜੀ ਔਕਵਰਡ ਜੀ ਸਟੇਟਮੈਂਟ ਆ, ਪਰ ਮੈਂ ਦੇਣੀ ਚਾਹੁੰਦਾ ਕਿ ਹਰ ਇੱਕ ਬੰਦੇ ਨੂੰ ਚੰਗਾ ਲੱਗਦਾ ਕਿ ਉਹ ਦੋਸਤਾਂ ਮਿੱਤਰਾਂ ਨਾਲ ਘੁੰਮੇ ਫਿਰੇ, ਫਨ ਕਰੇ, ਜ਼ਰੂਰੀ ਵੀ ਆ। But for me, once in a while, it's okay. But majority of the time, if I am alone, I love it, basically. ਹਾਂਜੀ ਹਾਂਜੀ। ਸੋ ਮੈਨੂੰ ਬਹੁਤ ਚੰਗਾ ਲੱਗਦਾ ਇਕੱਲੇ ਰਹਿਣਾ, ਕਿਉਂ ਉਹਦੇ ਨਾਲ ਤੁਸੀਂ ਜਿਹੜਾ ਮੈਂ ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਮੈਂ ਪਰਸੋਂ ਅੰਬ ਤੇ ਦੋ ਬੈਠੀਆਂ ਚਿੜੀਆਂ ਬੁਲਾ ਲਈਆਂ, ਮੈਂ ਪਰਸੋਂ ਅੰਬ ਤੇ ਦੋ ਬੈਠੀਆਂ ਚਿੜੀਆਂ ਬੁਲਾ ਲਈਆਂ, ਕਿ ਖੁਦ ਪੰਛੀ ਜਿਹਾ ਬਣ ਕੇ ਮੈਂ ਉਹ ਗੱਲਾਂ ਚ ਪਾ ਲਈਆਂ, ਮੈਂ ਪਰਸੋਂ ਅੰਬ ਤੇ ਦੋ ਬੈਠੀਆਂ ਚਿੜੀਆਂ ਬੁਲਾ ਲਈਆਂ। ਸੋ ਜੇਕਰ ਤੁਸੀਂ ਚਿੜੀਆਂ ਨਾਲ ਗੱਲਾਂ ਕਰਨੀਆਂ, ਝਰਨਿਆਂ ਨਾਲ ਗੱਲਾਂ ਕਰਨੀਆਂ, ਕੁਦਰਤ ਨਾਲ ਗੱਲਾਂ ਕਰਨੀਆਂ, ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ, ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ, ਜੇਕਰ ਤੁਸੀਂ ਇਹ ਕੁਝ ਸੋਚਣਾ ਚਾਹੁੰਦੇ ਆ, ਤੁਸੀਂ ਚਾਹੁੰਦੇ ਕਿ ਜ਼ਿਹਨ ਚ ਆਵੇ, ਤੁਹਾਨੂੰ ਆਪਣੇ ਆਪ ਨਾਲ ਵਕਤ ਜ਼ਰੂਰ ਬਿਤਾਉਣਾ ਪੈਣਾ। ਸੋ ਦਿਸ ਵਾਸ
ਭਾਜੀ ਭਰਜਾਈ ਨਾਲ ਵੀ ਥੋੜਾ ਜਿਹਾ ਟਾਈਮ ਬਹੁਤ ਜ਼ਰੂਰੀ ਆ। ਚਿੜੀਆਂ ਚੁੜੀਆਂ ਵੀ ਠੀਕ ਹੈ, ਪਰ ਪੰਜਾਬੀਆਂ ਵਾਲੀ ਗੱਲ ਹੁਣ ਤੁਹਾਨੂੰ ਚਿੜੀਆਂ ਵੀ ਠੀਕ ਹੈ, ਉਹ ਵੀ ਠੀਕ ਹੈ, ਪਰ ਭਾਬੀ ਦੇ ਨਾਲ ਵੀ ਟਾਈਮ ਥੋੜਾ ਸਪੈਂਡ ਕਰਿਆ। ਲਾਸਟ ਟਾਈਮ ਤੁਸੀਂ ਕਹਿੰਦੇ ਸੀ ਮੈਂ ਤੇਰੀ ਆਸ ਤੇ ਲੱਗਾ ਰਹਿਣਾ, ਮੈਨੂੰ ਵੀ ਫਿਕਰ ਲੱਗ ਗਿਆ। ਮੈਂ ਕਿਹਾ ਸਾਡੀ ਭਰਜਾਈ ਨੂੰ ਟਾਈਮ ਭਾਜੀ ਹੁਣੇ ਕਦੋਂ ਦਿੰਦੇ। Okay, thank you. Another question from the audience, please. ਤੇ ਸਰਤਾਜ ਤੁਹਾਨੂੰ ਸਤਿ ਸ਼੍ਰੀ ਅਕਾਲ। ਸਾਨੂੰ ਇੱਥੇ ਦੇਖ ਕੇ ਬੜੀ ਖੁਸ਼ੀ ਹੋਈ ਹੈ। ਮੈਂ ਤੁਹਾਡੇ ਗੀਤਾਂ ਨੂੰ ਬਹੁਤ ਪਸੰਦ ਕਰਦੀ ਹਾਂ। ਸ਼ੁਕਰੀਆ ਜੀ। ਖਾਸ ਤੌਰ ਤੇ ਸਾਈਂ, ਰੂਹਾਂ ਵਾਲਾ ਗੀਤ, ਅੱਛਾ, ਤੇ ਜਲਸਾ, ਤੇ ਉਹੀ ਹੈ ਅੰਬਰੋਂ ਪਾਰ, ਉਹੀ ਹੈ। ਵਾਹ, ਥੈਂਕ ਯੂ ਜੀ। ਤੁਹਾਡੀ ਸਿਲੈਕਸ਼ਨ ਆਫ Song ਬੜੀ ਕਮਾਲ। ਤੇ ਜਿਸ ਤਰ੍ਹਾਂ ਸੁਖੀ ਨੇ ਕਿਹਾ ਕਿ ਤੁਹਾਡੇ ਗੀਤ ਸੁਣ ਕੇ ਸੱਚੀ ਬਹੁਤ ਸਕੂਨ ਮਿਲਦਾ ਹੈ। ਤੁਹਾਡੇ ਗੀਤ ਬੜੇ ਸਾਫ਼ ਸੁਥਰੇ, ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਨੇ ਜੀ। ਪਰ ਮੇਰਾ ਸਵਾਲ ਇਹ ਹੈ ਕਿ ਤੁਹਾਡੀ ਜਿਹੜੀ ਫਿਲਮ ਆ ਰਹੀ ਹੈ, ਜਿਹਦਾ ਅਸੀਂ ਬੜਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜੀ, ਦ ਬਲੈਕ ਪ੍ਰਿੰਸ, ਹਾਂਜੀ, ਉਹਦੇ ਵਿੱਚ ਤੁਸੀਂ ਮਹਾਰਾਜਾ ਦਲੀਪ ਸਿੰਘ ਦਾ ਰੋਲ ਅਦਾ ਕੀਤਾ ਜੀ। ਜਦੋਂ ਤੁਸੀਂ ਪਹਿਲਾ ਸੀਨ ਸ਼ੂਟ ਕੀਤਾ, ਤੁਹਾਡੀਆਂ ਕੀ ਫੀਲਿੰਗਸ ਸੀ? ਅੱਛਾ, ਤੇ ਤੁਸੀਂ ਕਿੱਦਾਂ ਮਹਿਸੂਸ ਕੀਤਾ? ਥੈਂਕ ਯੂ ਜੀ। ਪਹਿਲਾ ਸੀਨ ਸਾਡਾ ਸੀਗਾ ਜੀ, ਡੇਟ ਮੈਨੂੰ ਯਾਦ ਨਹੀਂ, ਇਟ ਵਾਸ ਇਨ ਸਤੰਬਰ ਔਰ ਅਕਤੂਬਰ। ਸੋ ਇਸਨੋ ਕੈਸਲ, ਮੈਨੂੰ ਹੁਣ ਇੱਥੋਂ ਤਾਂ ਨਹੀਂ ਪਤਾ ਕਿੱਥੇ ਹੈ, ਪਰ ਨਜ਼ਦੀਕ ਹੀ ਹੈ ਕਿਤੇ, ਉੱਥੇ ਸ਼ੂਟ ਸੀ। ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਅਸੀਂ ਉੱਥੇ ਇੱਕ ਹੋਟਲ 'ਚ ਰੁਕੇ ਸੀਗੇ, ਐਬੀ ਹੋਟਲ ਸੀ ਉਹ, ਤੇ ਮੇਰੇ ਨਾਲ ਸਾਡੇ ਇੱਕ ਭਾਜੀ ਜਸੀਰ ਜੀ ਅਮਰੀਕਾ ਤੋਂ ਸੀਗੇ, ਤੇ ਉਹ ਕਹਿੰਦੇ ਸਵੇਰੇ ਤੁਹਾਡਾ ਸ਼ੂਟ ਆ, ਸੌਂ ਜਾਓ। ਤੇ ਮੈਨੂੰ ਕਿੱਥੇ ਨੀਂਦ ਆਵੇ, ਮੈਨੂੰ ਡਰ ਲੱਗੀ ਜਾਵੇ ਯਾਰ ਹੁਣ ਕੀ ਹੋਊਗਾ, ਕਿਉਂਕਿ ਸਾਰੀ ਯੂਨਿਟ ਤਕਰੀਬਨ 150 ਬੰਦਾ ਆਇਆ ਹੋਇਆ, ਹਾਲੀਵੁੱਡ ਤੋਂ, ਲਾਸ ਐਂਜਲਸ ਤੋਂ, ਕੈਮਰਾਮੈਨ, ਦਿਸ ਐਂਡ ਦੈਟ, ਤੁਹਾਡੇ ਤੇ ਓਵਰ ਪ੍ਰੈਸ਼ਰ ਹੋ ਗਿਆ ਥੋੜਾ ਜਿਹਾ। ਫਿਰ ਪਰ ਜਿੱਦਾਂ ਮੈਂ ਸੈੱਟ ਤੇ ਗਿਆ, ਔਰ ਉਹ ਕਾਸਟਿਊਮ ਸੀ ਮਹਾਰਾਜਾ ਦਲੀਪ ਸਿੰਘ ਉਹਨਾਂ ਦਾ ਜਿਹੜਾ ਕਿਰਦਾਰ ਆ, ਉਹ ਹਾਲੇ ਉਹਨਾਂ ਨੇ ਰਿਵੀਲ ਨਹੀਂ ਕੀਤਾ। ਮੇਰੇ ਖਿਆਲ ਉਹਨੀਆਂ ਆਪਣੀਆਂ ਪਰਸਨਲ ਕੁਝ ਉਹ ਹੋਣਗੀਆਂ। ਜਿਸ ਤਰ੍ਹਾਂ ਮੈਂ ਉਹਦੇ 'ਚ ਆਇਆ ਤੇ ਮੈਨੂੰ ਲੱਗਿਆ ਇਟਸ ਫਾਈਨ, ਆਈ ਐਮ ਦਲੀਪ। ਸੋ ਵੈਰੀ ਈਜ਼ੀ, ਮਤਲਬ ਮੈਂ ਇਮੇਜਿਨ ਨਹੀਂ ਕਰ ਸਕਦਾ ਸੀਗਾ ਕਿ ਦੈਟ ਵਾਸ ਸੋ ਈਜ਼ੀ। ਉਹ ਮੈਨੂੰ ਡਾਇਰੈਕਟਰ ਸਾਹਿਬ ਕਹਿੰਦੇ ਓਕੇ, ਆਰ ਯੂ ਓਕੇ? ਆਈ ਸੈਡ ਯਾ। ਉਹ ਕਹਿੰਦੇ ਓਕੇ, ਐਕਸ਼ਨ। ਤੇ ਜੋ ਵੀ ਹੋਇਆ ਤੁਸੀਂ ਹੁਣ ਫਿਲਮ ਦੇਖੋਗੇ, ਪਤਾ ਨਹੀਂ ਮੈਂ ਠੀਕ ਕੀਤਾ ਕਿ ਨਹੀਂ, ਪਰ ਮੈਨੂੰ ਲੱਗਦਾ ਸੀ I'm going outrageous. Yeah. Obviously, ਸੁਰਿੰਦਰ ਜੀ ਹੁਣਾਂ ਨੇ ਜ਼ਿਕਰ ਕੀਤਾ ਬਲੈਕ ਪ੍ਰਿੰਸ, ਜੋ ਕਿ ਤੁਹਾਡੀ ਪਹਿਲੀ ਫਿਲਮ ਹੈ, ਔਰ ਮਹਾਰਾਜਾ ਦਲੀਪ ਸਿੰਘ ਜੀ ਹੁਣਾਂ ਦੇ ਉੱਤੇ ਬਣਾਈ ਗਈ ਹੈ ਜੀ। ਔਰ ਇਸ ਦੇ ਵਿੱਚ ਜਿਹੜਾ ਕਾਸਟ ਕਾਫੀ ਵੈਰੀ ਬਿਗ ਕਾਸਟ, ਸ਼ਬਾਨਾ ਆਜ਼ਮੀ ਜੀ ਆਈ ਥਿੰਕ ਨੇ ਜੀ, ਤੁਹਾਡੀ ਮਾਤਾ ਜਿੰਦਾ ਜੀ ਹੁਣਾਂ ਰੋਲ ਕਰ ਰਹੇ ਨੇ, ਮਾਤਾ ਜਿੰਦ ਕੌਰ ਜੀ ਦਾ ਰੋਲ ਕਰ ਰਹੇ ਨੇ, ਡੇਵਿਡ ਐਸਿਕਸ ਜੋ ਕਿ ਇੰਗਲੈਂਡ ਦੇ ਬੜੇ ਤਕੜੇ ਐਕਟਰ ਨੇ, ਔਰ ਹਾਂਜੀ, ਸੋ ਇਟਸ Keith Duffy from Boyzone. Yeah, Boyzone. क्या बात। And Boyzone ਦਾ ਕੋਈ ਗਾਣਾ ਸੁਣਾ ਦਿਓ। ਨਹੀਂ ਤਾਂ ਨਹੀਂ, ਤੁਸੀਂ ਪੰਜਾਬੀ ਹੋ, ਬਾਕੀ ਦੇ ਬਹੁਤ ਤੇਰੇ ਹੈਗੇ ਇਦਾਂ ਦੇ। And Jason Fleming and Amanda Roos, ਉਹਨਾਂ ਨੇ ਬਹੁਤ ਸਾਰੀਆਂ ਬਿਗ ਈ ਗ੍ਰੇਡ ਫਿਲਮਸ ਕੀਤੀਆਂ ਨੇ ਹਾਲੀਵੁੱਡ ਦੀਆਂ। ਔਰ ਮੈਂ ਹੁਣੇ ਚੰਡੀਗੜ੍ਹ ਪਿਛਲੇ 10 ਦਿਨਾਂ 'ਚ 2 ਫਿਲਮਸ ਦੇਖ ਰਹੀਆਂ ਸਟਾਰ ਮੂਵੀਜ਼ ਤੇ, ਉਹਨਾਂ ਦੀਆਂ ਆ ਰਹੀਆਂ ਸੀਗੀਆਂ, ਜਿਹਦੇ ਵਿੱਚ ਜੇਸਨ ਸੀਗਾ। ਮੈਂ ਫੋਟੋ ਖਿੱਚ ਕੇ ਟੀਵੀ ਦੀ ਭੇਜੀ, ਜੇਸਨ ਯੂ ਆਰ ਇਨ ਇੰਡੀਆ, ਏਦਾਂ ਉਹਨਾਂ ਨੂੰ ਭੇਜਿਆ। ਸੋ ਮੈਂ ਬਹੁਤ ਖੁਸ਼ ਸੀਗਾ ਕਿ ਏਡੇ ਵੱਡੇ ਐਕਟਰ ਜਿਨ੍ਹਾਂ ਨੇ ਕਿਹੜੀਆਂ ਕਲਾਸਿਕ ਫਿਲਮਸ ਕੀਤੀਆਂ ਨੇ, ਜਿਵੇਂ ਮੈਨੂੰ ਤਾਂ ਨਾਮ ਭੁੱਲ ਗਏ, ਐਕਸਮੈਨ ਐਂਡ ਟਰਮੀਨੇਟਰ, ਨੋ ਇੱਕ ਹੋਰ ਸੀ, ਮੈਨੂੰ ਨਾਮ ਭੁੱਲ ਜਾਂਦੇ ਉਹਨਾਂ ਦੇ ਫਿਲਮਾਂ ਦੇ, ਐਕਸਟਰਾ ਆਰਡੀਨਰੀ ਜੈਂਟਲਮੈਨ ਕਾਈਂਡ ਆਫ ਇਦਾਂ ਦਾ ਨਾਮ ਸੀਗਾ ਕਾਫੀ। ਮੈਨੂੰ ਲੱਗਦਾ ਫਿਰ ਹਿਸਟਰੀ ਐਡੀ ਲੰਬੀ ਆ, ਜਦੋਂ ਤੁਸੀਂ ਉਹਦੇ ਨਾਲ ਸੇਮ ਫਰੇਮ 'ਚ ਹੁੰਦੇ, ਜਿੱਦਾਂ ਤੁਸੀਂ ਜੇਸਨ ਫਲੇਮਿੰਗ ਹੋ, ਮੈਂ ਬੈਠਾ ਹਾਂ, ਤੇ ਬੰਦਾ ਲੱਗਦਾ ਕਿ ਉਹ ਹੁਣ ਕੀ ਹੋਊਗਾ। ਪਰ ਜਦੋਂ ਸ਼ਾਰਟ ਚੱਲਦਾ, ਉਹ ਇੰਨੇ ਸਪੋਰਟਿਵ ਆ, ਮਤਲਬ ਤੁਹਾਨੂੰ ਫੀਲ ਹੀ ਨਹੀਂ ਹੋਣ ਦਿੰਦੇ ਕਿ ਯੂ ਆਰ ਨਿਊ ਕਮਰ ਜਾਂ ਤੁਸੀਂ ਕੁਝ ਨਹੀਂ ਹੈਗੇ, ਵਟ ਆਰ ਯੂ ਆਰ ਡੂਇੰਗ ਦਿਸ ਐਂਡ ਦੈਟ। ਉਹ ਕਹਿੰਦੇ ਯੂ ਆਰ ਬ੍ਰਿਲੀਅੰਟ, ਯੂ ਆਰ ਨਿਊ ਕਮਰ। ਮੈਂ ਕਿਹਾ ਯੈਸ, it doesn't look like. Oh, thank you, that was a big compliment for me.